वाहिगुरु जी का खालसा वाहिगुरु जी की फतेह जी। ਅੱਜ 138ਵੇਂ ਦਿਨ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਜਿੰਨੇ ਵੀ ਪਰਿਵਾਰਕ ਜਿੰਨੇ ਵੀ ਭੈਣ ਭਰਾ ਵਿਦਿਆਰਥੀ ਜੁੜੇ ਆ ਸਭ ਦਾ ਸਵਾਗਤ ਹੈ ਜੀ। ਆਓ ਅੱਜ ਵੀ ਆਪਾਂ ਜਾਪ ਦੇ ਨਾਲ ਸ਼ੁਰੂ ਕਰਨੇ ਆ ਜੀ। ਜਾਪ ਦੀ ਸੇਵਾ ਲੈ ਰਹੇ ਅਮਨਪ੍ਰੀਤ ਕੌਰ ਜੀ, EPP ਨੰਬਰ 15905 ਲੌਂਗੋਵਾਲ ਤੋਂ। ਅਮਨਪ੍ਰੀਤ ਕੌਰ ਜੀ। हाँ जी मैम, आवाज आ रही है जी? हाँ जी हाँ जी। मैं मनप्रीत कौर EPP नंबर 15905 जी। वाहिगुरु जी का खालसा वाहिगुरु जी की फतेह जी। एक ओंकार सतनाम करता पुरख निरभउ निरवैर अकाल मूरत अजूनी सैभं गुर प्रसाद एक ओंकार सतनाम करता पुरख निरभउ निरवैर अकाल मूरत अजूनी सैभं गुर प्रसाद एक ओंकार सतनाम करता पुरख निरभउ निरवैर अकाल मूरत अजूनी सैभं गुर प्रसाद एक ओंकार सतनाम करता पुरख निरभउ निरवैर अकाल मूरत अजूनी सैभं गुर प्रसाद एक ओंकार सतनाम करता पुरख निरभउ निरवैर अकाल मूरत अजूनी सैभं गुर प्रसाद एक ओंकार सतनाम करता पुरख निरभउ निरवैर अकाल मूरत अजूनी सैभं गुर प्रसाद वाहिगुरु 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 जी का खालसा श्री वाहिगुरु जी की फतेह। जी का खालसा वाहिगुरु जी की फतेह जी। बहुत बहुत धन्यवाद जी अमनप्रीत कौर जी। एक ਜਦੋਂ ਆਪਾਂ ਫਤਿਹ ਬੁਲਾਉਣੀ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਆਪਾਂ ਨਹੀਂ ਲਾਣਾ ਜਾਂ ਅਜੂਨੀ ਸਹਿਭੰ। ਆਓ ਆਪਾਂ ਹੁਣ ਕੀਰਤਨ ਦਾ ਆਨੰਦ ਮਾਣਦੇ ਹਾਂ ਜੀ। ਅੱਜ ਕੀਰਤਨ ਦੀ ਸੇਵਾ ਲੈ ਰਹੇ ਨੇ ਬਲਜਿੰਦਰ ਕੌਰ ਜੀ, EPP ਨੰਬਰ 11971 11972। ਇਹ ਦੋਨੋਂ ਬੱਚੇ ਸੇਵਾ ਲੈ ਰਹੇ ਨੇ ਕੀਰਤਨ ਦੀ। ਬੱਚਿਓ ਆਪਣੀ ਵੀਡੀਓ ਔਨ ਕਰੋ ਜੀ। ਵਾਹਿਗੁਰੂ ਜੀ ਆਵਾਜ਼ ਆ ਰਹੀ ਹੈ? हाँ जी आ रही है बेटा। ਵਾਹਿਗੁਰੂ ਜੀ ਕਾ ਖਾਲਸਾ खालसा वाहिगुरु जी की फतेह। ਅੱਜ ਅਸੀਂ ਜਲੰਧਰ ਤੋਂ ਬੋਲ ਰਹੇ ਹਾਂ ਅਤੇ ਅੱਜ ਅਸੀਂ ਆਪ ਜੀ ਨੂੰ ਰਾਗ ਜੌਨਪੁਰੀ ਸਰਬਤ ਨਿਵਾਸ ਗਾ ਰਹੇ ਹਾਂ ਜੀ। ਸਾਰੇ ਪਾਪਾ ਧਾਨੀ ਸਾ ਸਾਨੀ ਧਾਪਾ ਮਾ ਗਾ ਰੇ ਸਾ ਰੇ ਮਾ ਪਾ ਨੀ ਧਾਪਾ ਮਾ ਗਾ ਰੇ ਸਾ। ऐसी प्रीत
चरनी का मन लागे, हर चरनी का मन लागे, ऐसी प्रीत करो मन मेरे, ऐसी प्रीत करो मन मेरे, ऐसी प्रीत कर सरे मपा धनी धपा मपा धपा मगरे, ऐसी प्रीत कर सरे मपा धनी सारे सनी धपा मगरे, ऐसी प्रीत कर मपा मपा धनी सारे सनी धपा मगरे, ऐसी प्रीत करो मन मेरे, सरे मपा रे मपा ध मपा धनी पा धनी सा धनी सारे सनी धपा मपा धपा मगरे, धनी सारे सनी धपा मपा धपा मगरे, धनी सारे सनी धपा मपा धपा मगरे, ऐसी प्रीत करो सरे मपा धपा मपा रे मपा ध सनी धपा मपा धनी सारे गारे सनी धपा मगरे, मपा धनी सारे गारे सनी धपा मगरे, मपा धनी सारे गारे सनी धपा मगरे, ऐसी प्रीत करो मन मेरे, मन में है सिंचो सनी धपा मगरे, सरे मपा धनी सा मन में है सिंचो हरि हरि नाम, सरे गारे सनी धपा मपा धपा मगरे, सरे मपा रे मपा ध मपा धनी पा धनी सा मन में है सिंचो हरि हरि नाम, हरि दिन कीर्तन हरि गुण गान, हरि दिन कीर्तन हरि गुण गान, ऐसी प्रीत करो मन मेरे, ऐसी प्रीत करो मन मेरे, आठ पहर प्रभ जानो नेरे, आठ पहर प्रभ जानो नेरे, ऐसी प्रीत करो मन मेरे, ऐसी प्रीत, ऐसी प्रीत, ऐसी प्रीत करो मन मेरे। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਮੁੱਚ ਬਹੁਤ ਆਨੰਦ ਬਣਿਆ ਜੀ। ਬਲਜਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ। ਬੜੀ ਪਿਆਰੀ ਆਵਾਜ਼ ਦੇ ਵਿੱਚ ਬੜਾ ਪਿਆਰਾ ਸ਼ਬਦ ਸਰਵਣ ਕਰਵਾਇਆ। ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਮੇਰੇ। ਬਹੁਤ ਬਹੁਤ ਧੰਨਵਾਦ ਜੀ। ਹੁਣ ਜਸਪ੍ਰੀਤ ਭੈਣ ਜੀ ਨੂੰ ਬੇਨਤੀ ਹੈ ਜੀ ਕਿ ਉਹ ਸਵਾਲਾਂ ਦੇ ਜਵਾਬ ਕੱਲ ਵਾਂਗੂ ਜਿਵੇਂ ਉਹ ਕਰਵਾਉਣਗੇ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਗਗਨਦੀਪ ਸਿੰਘ ਜੀ ਨੂੰ ਬੇਨਤੀ ਹੈ ਕਿ ਪੀਪੀਟੀ ਨੂੰ ਸ਼ੇਅਰ ਕਰਨਗੇ ਜੀ। ਬਹੁਤ ਸਾਰੇ ਬੱਚਿਆਂ ਦੇ ਬਹੁਤ ਸਾਰੇ ਸਵਾਲ ਆ ਰਹੇ ਨੇ। ਕੱਲ ਕੁਝ ਸਵਾਲਾਂ ਦੇ ਜਵਾਬ ਰਹਿ ਗਏ ਸੀ ਜੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਇਹਨੂੰ ਕੰਪਲੀਟ ਕਰ ਸਕੀਏ। ਸੋ ਜੋ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ, ਅਸੀਂ ਆਪਣੇ ਔਗਣਾਂ ਨੂੰ ਗੁਣਾਂ ਵਿੱਚ ਕਿਵੇਂ ਬਦਲ ਸਕਦੇ ਹਾਂ? ਔਰ ਇਹਦਾ ਜਵਾਬ ਸਾਨੂੰ ਦੇਣਗੇ ਭੈਣ ਜੀ ਸੁਰਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਕੋਸ਼ਿਸ਼ ਕਰਦੇ ਹਾਂ ਕਿ ਗੁਰਮਤਿ ਅਨੁਸਾਰ, ਗੁਰਬਾਣੀ ਅਨੁਸਾਰ ਜਿਹੜਾ ਜਵਾਬ ਦੇ ਸਕੀਏ। ਫਿਰ ਵੀ ਸਾਡੇ ਹੈਲਪ ਦੇ ਲਈ ਤੁਸੀਂ ਸਾਰੇ ਭੈਣ ਭਰਾ ਜੁੜੇ ਹੋ। ਅਸੀਂ ਆਪਣੇ ਔਗਣਾਂ ਨੂੰ ਗੁਣਾਂ ਵਿੱਚ ਕਿਵੇਂ ਬਦਲ ਸਕਦੇ ਹਾਂ? ਸਾਡੇ ਅੰਦਰ ਔਗਣ ਹੀ ਔਗਣ ਆ, ਪਰ ਉਹਨਾਂ ਨੂੰ ਗੁਣਾਂ ਵਿੱਚ ਬਦਲਣ ਦਾ ਇੱਕੋ ਇੱਕ ਤਰੀਕਾ ਹੈ ਜੀ ਕਿ ਅਸੀਂ ਸੰਗਤ ਕਰੀਏ। ਇੱਕੋ ਇੱਕ ਤਰੀਕਾ ਹੈ ਸੰਗਤ ਦੇ ਵਿੱਚ, ਕਿਉਂਕਿ ਸਾਡੇ ਮਨੁੱਖੀ ਮਨ ਦਾ ਸੁਭਾਅ ਹੈ ਵੀ ਅਸੀਂ ਜਿਸ ਦੇ ਕੋਲ ਬੈਠਦੇ ਹਾਂ, ਜਿਸ ਦੇ ਨਾਲ ਰਹਿੰਦੇ ਹਾਂ, ਜਿਸ ਨੂੰ ਦੇਖਦੇ ਹਾਂ, ਕਿ ਉਹ ਚਾਹੇ ਉਹ ਗੁਣਾਂ ਵਾਲਾ ਹੈ ਚਾਹੇ ਔਗਣਾਂ ਵਾਲਾ ਹੈ, ਤੇ ਮਨੁੱਖੀ ਮਨ ਦਾ ਇਹੀ ਸੁਭਾਅ ਹੈ ਕਿ ਉਹ ਇਹ ਇਕੱਠੇ ਕਰ ਲੈਂਦਾ। ਚਾਹੇ ਗੁਣਾਂ ਵਾਲੇ ਨਾਲ ਬੈਠਦਾ ਤੇ ਗੁਣ ਇਕੱਠੇ ਕਰ ਲੈਂਦਾ। ਤਾਂ ਹੀ ਸਤਿਗੁਰ ਜੀ ਨੇ ਸੰਗਤ ਨੂੰ ਪਹਿਲ ਦਿੱਤੀ ਹੈ। ਸਤ ਸੰਗਤ ਦੇ ਵਿੱਚ ਮਿਲ ਸੰਗਤ ਗੁਣ ਪ੍ਰਗਾਸ। ਇੱਥੇ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ, ਸਾਡੇ ਅੰਦਰ ਗੁਣ ਆਉਂਦੇ ਆ ਸੰਗਤ ਵਿੱਚ। ਸੋ ਸੰਖੇਪ ਦੇ ਵਿੱਚ ਰੱਖੀਏ ਜੀ ਕਿ ਸੰਗਤ ਹੀ ਇੱਕੋ ਇੱਕ ਵਸੀਲਾ ਹੈ ਸਾਨੂੰ ਔਗਣਾਂ ਨੂੰ ਦੂਰ ਕਰਨ ਦਾ ਤੇ ਗੁਣਾਂ ਨੂੰ ਲੈ ਕੇ ਆਉਣ ਦਾ। ਬਹੁਤ ਧੰਨਵਾਦ ਜੀ।
ਸੋ ਅਸੀਂ ਆਪਣੇ ਔਗਣਾਂ ਨੂੰ ਖਤਮ ਕਰਨਾ ਹੈ ਤੇ ਗੁਣਾਂ ਨੂੰ ਲੈ ਕੇ ਆਣਾ, ਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ, ਚਾਹੇ ਅਸੀਂ ਜ਼ੂਮ ਤੇ ਸੰਗਤ ਕਰ ਰਹੇ ਹਾਂ, ਚਾਹੇ ਗੁਰਦੁਆਰਾ ਸਾਹਿਬ ਜਾ ਕੇ ਕਰ ਰਹੇ ਹਾਂ। ਸੋ ਜ਼ਰੂਰ ਬਾਣੀ ਨੂੰ ਸਮਝਾਂਗੇ, ਉਹ ਗੁਰੂ ਸਾਹਿਬਾਨ ਦੀ ਸੰਗਤ ਕਰਾਂਗੇ ਤਾਂ ਜ਼ਰੂਰ ਅਸੀਂ ਆਪਣੇ ਔਗਣਾਂ ਨੂੰ ਦੂਰ ਕਰਾਂਗੇ। ਬਹੁਤ ਧੰਨਵਾਦ ਜੀ। ਅਗਲਾ ਸਵਾਲ ਵੀਰ ਜੀ। ਗਗਨਵੀਰ ਜੀ ਅਗਲਾ ਸਵਾਲ ਕਰਨਾ ਜੀ। ਇਹ ਵੀ ਸਵਾਲ ਭੈਣ ਜੀ ਸੁਰਿੰਦਰ ਕੌਰ ਜੀ ਆਪ ਜੀ ਨੇ ਆਨਸਰ ਕਰਨਾ ਜੀ। ਪਰਮਾਤਮਾ ਤਾਂ ਇੱਕ ਹੈ, ਪਰ ਜੇ ਰੱਬ ਸਭ ਵਿੱਚ ਹੈ ਤਾਂ ਫਿਰ ਤਾਂ ਕਿੰਨੇ ਸਾਰੇ ਰੱਬ ਹੋ ਗਏ। ਇੱਕ ਬੱਚੇ ਦਾ ਹਾਂਜੀ ਹਾਂਜੀ ਵਾਹਿਗੁਰੂ ਜੀ, ਪਰਮਾਤਮਾ ਇੱਕ ਹੀ ਹੈ, ਇਹ ਆਪਾਂ ਨੇ ਸਾਰਿਆਂ ਨੇ ਮੰਨ ਲਿਆ। ਜਿਹਨੇ ਵੀ ਸਵਾਲ ਕੀਤਾ ਨਾ, ਮੰਨ ਲਿਆ ਕਿ ਪਰਮਾਤਮਾ ਇੱਕ ਹੈ, ਤੇ ਇਹ ਵੀ ਮੰਨ ਲਿਆ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ, ਭਾਵ ਹਰ ਥਾਂ ਤੇ ਵਿਆਪਕ ਹੈ। ਤੇ ਰੌਲਾ ਇਹ ਹੈ ਕਿ ਹੁਣ ਬਹੁਤ ਸਾਰੇ ਰੱਬ ਹੋਏ। ਨਹੀਂ ਜੀ, ਅਸੀਂ ਇਹ ਸਮਝਣਾ ਹੁਣ ਕਿ ਰੱਬ ਬਹੁਤ ਸਾਰੇ ਨਹੀਂ, ਰੱਬ ਇੱਕੋ ਹੀ ਹੈ। ਵਾਹਿਗੁਰੂ ਜੀ ਇੱਕੋ ਹੀ ਹੈ, ਪਰਮਾਤਮਾ ਇੱਕੋ ਹੀ ਹੈ। ਜਿਵੇਂ ਪਾਣੀ ਹੈ ਨਾ, ਸਮੁੰਦਰ ਹੈ, ਪਾਣੀ ਤੇ ਪਾਣੀ ਹੈ, ਚਾਹੇ ਉਹ ਸਮੁੰਦਰ ਦਾ ਪਾਣੀ ਹੈ, ਚਾਹੇ ਆਪਣੇ ਘਰਾਂ ਦੇ ਵਿੱਚ ਵਾਟਰ ਕੈਂਪਰ ਦੇ ਵਿੱਚ ਪਿਆ ਉਹ ਵੀ ਪਾਣੀ ਆ, ਚਾਹੇ ਅਸੀਂ ਗਲਾਸ ਵਿੱਚ ਪਾ ਲਿਆ ਉਹ ਵੀ ਪਾਣੀ ਹੈ ਤੇ ਭਾਵੇਂ ਕਿਸੇ ਵੀ ਬਰਤਨ ਵਿੱਚ ਪਾ ਲਈਏ, ਪਰ ਪਾਣੀ ਤੇ ਪਾਣੀ ਰਹੂ, ਤੇ ਨਾ ਹੀ ਉਸਦਾ ਫਾਰਮੂਲਾ ਬਦਲਦਾ ਹੈ, H2O ਉਹੀ ਪਾਣੀ ਰਹਿਣਾ। ਤੇ ਦੇਖਣ ਦੇ ਵਿੱਚ, ਸੁਣਨ ਦੇ ਵਿੱਚ ਜ਼ਰੂਰ ਲੱਗਦਾ ਹੈ, ਕੋਈ ਪਾਣੀ ਨੂੰ ਵਾਟਰ ਕਹਿੰਦਾ, ਕੋਈ ਨੀਰ ਕਹਿੰਦਾ, ਕੋਈ ਆਬ ਕਹਿੰਦਾ, ਕੋਈ ਕੁਝ ਕਹਿੰਦਾ। ਕਹਿਣ ਨੂੰ ਤੇ ਦੇਖਣ ਨੂੰ ਲੱਗਦਾ ਵੀ ਗਲਾਸ ਵਾਲਾ ਪਾਣੀ ਆ। ਹੋਰ ਤੁਹਾਡੇ ਲਈ ਸੌਖੀ ਉਦਾਹਰਨ ਕਿ ਬੇਟਾ ਸਕੂਲ ਦੇ ਵਿੱਚ ਪੜ੍ਹਦੇ ਹਾਂ ਆਪਾਂ, ਤੇ ਸਕੂਲ ਦੇ ਵਿੱਚ ਤੁਹਾਨੂੰ ਵਰਦੀ ਲੱਗਦੀ ਹੈ। ਤੁਸੀਂ ਸਕੂਲ ਦੇ ਵਿੱਚ 200 ਤੋਂ ਲੈ ਕੇ 1000 ਬੱਚੇ ਤੱਕ, 1500 ਬੱਚੇ ਤੱਕ ਹੁੰਦੇ ਆ, ਪਰ ਵਰਦੀ ਤਾਂ ਇੱਕੋ ਹੀ ਹੁੰਦੀ ਹੈ ਨਾ। ਉਸ ਨੂੰ ਪਾਉਣ ਵਾਲੇ 1000 ਹੋ ਸਕਦੇ ਆ, 1500 ਹੋ ਸਕਦੇ ਬੱਚੇ। ਇੱਕ ਸਕੂਲ ਦੀ ਇੱਕੋ ਹੀ ਵਰਦੀ ਹੁੰਦੀ ਹੈ ਨਾ, ਤਾਂ ਉਹ ਵਰਦੀ ਪਾਉਣ ਵਾਲੇ ਕਿੰਨੇ ਹੋ ਸਕਦੇ ਆ। ਜਿਵੇਂ ਇਤਿਹਾਸ ਦੇ ਵਿੱਚ ਵੀ ਨਵਾਬ ਨੂੰ ਭੁਲੇਖਾ ਪੈ ਗਿਆ ਸੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਕਾਜੀ ਨੂੰ ਅੰਦਰੋਂ ਦੇਖਿਆ ਨਾ, ਕਾਜੀ ਨੂੰ ਦੇਖਿਆ ਅੰਦਰੋਂ, ਪਰ ਉਹ ਬੇਟਾ ਆਪਣੀ ਸਾਰਿਆਂ ਦੀ ਸੁਰਤ ਨਹੀਂ ਹੈਗੀ ਕਿ ਅਸੀਂ ਉਸ ਵਾਹਿਗੁਰੂ ਨੂੰ ਵੇਖ ਸਕੀਏ। ਹੈ ਤੇ ਉਹ ਸਾਰਿਆਂ ਦੇ ਵਿੱਚ ਉਹੀ ਇੱਕੋ ਹੀ ਵਸਦਾ ਹੈ ਇੱਕ ਹੈ, ਪਰ ਸਾਰਿਆਂ ਵਿੱਚ ਵਸਦਾ ਹੈ। ਭੁਲੇਖਾ ਪੈ ਗਿਆ ਸੀ ਨਵਾਬ ਨੂੰ ਵੀ ਕਿ ਕਾਜੀ ਨੂੰ ਦੇਖਿਆ ਤੇ ਮੈਨੂੰ ਥੋੜਾ ਦੇਖਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ। ਕਿਉਂਕਿ ਤੁਸੀਂ ਕਾਜੀ ਨਾਲ ਨਵਾਬ ਨਹੀਂ ਪੜ੍ਹੀ, ਨਵਾਜ਼ ਅਦਾ ਨਹੀਂ ਕੀਤੀ, ਤੇ ਮੇਰੇ ਨਾਲ ਕਰ ਲੈਣੀ ਸੀ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਕਹਿ ਦਿੱਤਾ ਵੀ ਤੁਸੀਂ ਤੇ ਆਪ ਕਾਬਲ ਦੇ ਵਿੱਚ ਗਏ ਸੀ ਘੋੜੇ ਖਰੀਦਣ, ਤੇ ਫਿਰ ਉਹ ਗੁਰੂ ਦੇ ਚਰਨਾਂ ਤੇ ਢੇਰੀ ਹੋ ਗਿਆ ਸੀ। ਇਹ ਗੁਰਬਾਣੀ ਦਾ ਫਰਮਾਨ ਇੱਕ ਆਉਂਦਾ, ਮੈਨੂੰ ਯਾਦ ਆਇਆ, ਗੁਰੈ ਦਿਖਾਇਓ ਲੋਏ ਨਾ, ਗੁਰ ਦਿਖਲਾਇਓ ਲੋਏ ਨਾ। ਉਹ ਸੁਰਤ ਦੀ ਅੱਖ ਬਣਦੀ ਹੈ ਗੁਰੂ ਨੂੰ ਦੇਖਣ ਦੀ। ਜਦੋਂ ਸਾਨੂੰ ਸੁਰਤ ਵਾਲੀ ਅੱਖ ਬਣ ਜੇ ਫਿਰ ਦਿਖਦਾ ਸਾਰਿਆਂ ਦੇ ਵਿੱਚ। ਜਦੋਂ ਸਤਿਗੁਰੂ ਜੀ ਕਹਿੰਦੇ ਈਤੈ ਊਤੈ ਘਟ 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 ਘਟ, ਤੂੰ ਹੀ ਮੋਹਿਣਾ। ਜਦੋਂ ਸੁਰਤ ਦੀ ਅੱਖ ਬਣ ਗਈ ਤਾਂ ਫਿਰ ਸਾਰਿਆਂ ਦੇ ਵਿੱਚ ਉਹੀ ਵਾਹਿਗੁਰੂ ਪਰਮਾਤਮਾ ਦਿਸਦਾ। ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਰੱਬ ਵਾਹਿਗੁਰੂ ਜੀ ਇੱਕੋ ਹੀ ਹੈ, ਪਰ ਸਾਰਿਆਂ ਵਿੱਚ ਵਰਤਦਾ ਹੈ। ਸਾਡਾ ਇਹ ਭੁਲੇਖਾ ਹੈ ਕਿ ਰੱਬ ਬਹੁਤ ਜ਼ਿਆਦਾ ਹੋਣਗੇ ਫਿਰ ਸਾਰਿਆਂ ਵਿੱਚ ਵਰਤਦੇ ਆ। ਨਹੀਂ, ਜਿਵੇਂ ਪਾਣੀ ਤਾਂ ਇੱਕੋ ਹੀ ਹੈ, ਜਿਹੜੇ ਮਰਜ਼ੀ ਬਰਤਨ ਵਿੱਚ ਪਾ ਲਈਏ। ਠੀਕ ਹੈ ਜੀ, ਬਹੁਤ ਧੰਨਵਾਦ ਜੀ ਭੈਣ ਜੀ ਦਾ। ਹਾਂਜੀ, ਅਗਲਾ ਸਵਾਲ ਵੀ ਭੈਣ ਜੀ ਆਪ ਜੀ ਨੇ ਆਨਸਰ ਕਰਨਾ ਜੀ। ਮਨ ਜੀ ਨੂੰ ਮਾਇਆ ਵੱਲੋਂ ਕਿਵੇਂ ਰੋਕਿਆ ਜਾ ਸਕਦਾ ਹੈ? ਮਨ ਨੂੰ ਮਾਇਆ ਵੱਲੋਂ ਰੋਕਣ ਦਾ ਵਸੀਲਾ ਵੀ ਇੱਕੋ ਇੱਕ ਹੈ, ਸੰਗਤ। ਸੰਗਤ ਦੇ ਵਿੱਚ, ਕਿਉਂਕਿ ਸਾਡਾ ਮਨ ਹੈ ਨਾ ਜਿਹੜਾ, ਮਨ ਦੀ ਸਤਿਗੁਰਾਂ ਨੇ ਬਾਣੀ ਦੇ ਅੰਦਰ ਬਹੁਤ ਜ਼ਿਆਦਾ ਉਦਾਹਰਨਾਂ ਦਿੱਤੀਆਂ ਨੇ। ਕਿਤੇ ਮਨ ਨੂੰ ਚੰਚਲ ਕਿਹਾ, ਕਿਤੇ ਪੰਛੀ ਕਿਹਾ, ਕਿਤੇ ਮਨ ਤੂੰ ਜੋਤ ਸਰੂਪ ਵੀ ਕਿਹਾ, ਕਿਤੇ ਕਿਹਾ ਕਿ ਮਨ ਹੈ ਜਿਹੜਾ ਉਹ ਹਾਥੀ ਹੈ, ਬੱਸ ਦੇ ਵਿੱਚ ਨਹੀਂ ਆਉਂਦਾ। ਕਿਤੇ ਕਿਸੇ ਨਾਲ ਤੁਲਨਾ ਕੀਤੀ ਹੈ, ਕਦੇ ਕਾਸੇ ਨਾਲ ਬਾਲਕ ਦੇ ਨਾਲ ਤੁਲਨਾ ਕੀਤੀ ਹੈ। ਪਰ ਇਸ ਮਨ ਨੂੰ, ਇਹ ਮਨ ਹੈ ਜਿਹੜਾ 10 ਦਿਸ਼ਾਵਾਂ ਦੇ ਵਿੱਚ ਦੌੜਦਾ, ਇਸ ਮਨ ਨੂੰ ਕਿਸੇ ਵੀ ਟਿਕਟ ਦੀ, ਵੀਜ਼ੇ ਦੀ ਲੋੜ ਨਹੀਂ। ਬਿਨਾਂ ਟਿਕਟ ਤੋਂ, ਬਿਨਾਂ ਵੀਜ਼ੇ ਤੋਂ ਇਹ ਬਾਹਰਲੇ ਦੇਸ਼ਾਂ ਵਿੱਚ ਵੀ ਚੱਕਰ ਲਾ ਆਉਂਦਾ। ਤਾਂ ਇਸ ਮਨ ਨੂੰ ਰੋਕਣ ਦੇ ਲਈ ਗੁਰੂ ਦਾ ਸ਼ਬਦ ਤੇ ਗੁਰੂ ਦੀ ਸੰਗਤ। ਗੁਰੂ ਦਾ ਫਰਮਾਨ ਹੈ, ਇਹ ਮਨ ਦਹਿ ਦਿਸ ਧਾਮਦਾ ਗੁਰ ਠਾਕ ਰਹਾਈਆ, ਕਿ ਇਹ ਮਨ 10 ਦਿਸ਼ਾਵਾਂ ਦੇ ਵਿੱਚ ਦੌੜਦਾ ਹੈ। ਜੇ ਇਸ ਨੂੰ ਰੋਕ ਸਕਦਾ ਤੇ ਸਿਰਫ ਗੁਰੂ ਦਾ ਸ਼ਬਦ, ਗੁਰੂ ਦੀ ਸੰਗਤ। ਸੰਗਤ ਵਿੱਚੋਂ, ਕਿਉਂਕਿ ਸੰਗਤ ਦੇ ਵਿੱਚ ਪਰਮਾਤਮਾ ਵਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੇ
ਗੁਰੂ ਦੀ ਸੰਗਤ ਜਦੋਂ ਅਸੀਂ ਘਰੇ ਬੈਠੇ ਵੀ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਉਸ ਨੂੰ ਸੁਣਨਾ ਕਰੀਏ, ਵੱਧ ਤੋਂ ਵੱਧ ਸੁਣਨਾ ਕਰੀਏ। ਜਿਵੇਂ ਸਤਿਗੁਰੂ ਜੀ ਕਹਿੰਦੇ, ਗੁਰਬਾਣੀ ਸੁਣ, ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਜਦੋਂ ਅਸੀਂ ਗੁਰਬਾਣੀ ਨੂੰ ਜਦੋਂ ਪੜ੍ਹਦੇ ਹਾਂ ਨਾ, ਤੇ ਉਦੋਂ ਆਪਣੇ ਕੰਨਾਂ ਦੇ ਨਾਲ ਸੁਣਨਾ ਕਰੀਏ। ਜਦੋਂ ਅਸੀਂ ਸੁਣਦੇ ਹਾਂ ਤਾਂ ਉਦੋਂ ਮਨ ਭਿੱਜਦਾ ਹੈ। ਭਿੱਜਦਾ ਦਾ ਭਾਵ ਮਨ ਢੈਲਾ ਹੁੰਦਾ, ਮਨ ਉਸ ਗੁਰੂ ਦੇ ਵਿਚਾਰ ਵੱਲ ਆਉਂਦਾ ਹੈ, ਗੁਰੂ ਨਾਲ ਜੁੜਦਾ ਹੈ। ਮਨ ਭੀਨਾ, ਜਦੋਂ ਭੀਨਾ ਦਾ ਭਾਵ ਭਿੱਜ ਗਿਆ, ਮਨ ਭਿੱਜ ਗਿਆ ਗੁਰੂ ਦੇ ਪਿਆਰ ਵਿੱਚ, ਤਾਂ ਫਿਰ ਨਿੱਜ ਘਰ ਆਵੇਗੋ, ਫਿਰ ਉਹ ਅਸਲ ਟਿਕਾਣੇ ਤੇ ਆਉਂਦਾ। ਤੇ ਨਹੀਂ ਤੇ ਇਹ ਮਨ ਹੈ ਜਿਹੜਾ ਭਾਈ ਭੱਜਦਾ ਹੈ, ਤੇ ਇਸ ਮਨ ਨੂੰ ਰੋਕਦੇ, ਮਨ ਨੂੰ ਗੁਰੂ ਤੇ ਗੁਰੂ ਦੀ ਸੰਗਤ। ਬਹੁਤ ਧੰਨਵਾਦ ਜੀ ਭੈਣ ਜੀ ਦਾ। ਸੋ ਵੀਰ ਜੀ ਨੂੰ ਬੇਨਤੀ ਹੈ ਜੀ, ਅਗਲਾ ਸਵਾਲ ਜਿਹੜਾ ਹੈ ਉਹ ਦਿਖਾਣਗੇ ਜੀ ਸਕਰੀਨ ਦੇ। ਹਾਂਜੀ, ਇਹ ਹੋ ਗਿਆ। ਹਾਂਜੀ ਹਾਂਜੀ, ਅਗਲਾ ਸਵਾਲ ਹੈਗਾ ਜੀ ਕਿ ਭੋਜਨ ਰਹਿਤ ਮਰਿਆਦਾ ਬਾਰੇ ਕਿਸੇ ਬੱਚੇ ਨੇ ਸਵਾਲ ਕੀਤਾ ਹੈ। ਬੱਚੇ ਦਾ ਸਵਾਲ ਹੈ ਕਿ ਮੇਰੇ ਮਨ ਵਿੱਚ ਇਹ ਗੁੰਝਲ ਹੈ ਕਿ ਜਿਵੇਂ ਕੁਝ ਸਿੰਘ ਕਿਸੇ ਕੋਲੋਂ ਪ੍ਰਸ਼ਾਦਾ ਨਹੀਂ ਛਕਦੇ, ਕਿਉਂ ਨਹੀਂ ਛਕਦੇ? ਉਹਨਾਂ ਦੀ ਰਹਿਤ ਕਿਸ ਤਰ੍ਹਾਂ ਦੀ ਹੈ? ਸਿੱਖਾਂ ਲਈ ਭੋਜਨ ਰਹਿਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਸੋ ਇਹਦਾ ਜਿਹੜਾ ਜਵਾਬ ਹੈ ਉਹੀ ਬਣਦਾ ਹੈ ਜੀ ਕਿ ਜਿੰਨੇ ਕੋ ਸਮਝ ਹੈ ਉਸ ਹਿਸਾਬ ਨਾਲ ਜਵਾਬ ਦੇ ਰਹੇ ਹਾਂ। ਕਿਤੇ ਗਲਤੀ ਹੋਵੇ ਤਾਂ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਇਹਨੂੰ ਕਰੈਕਟ ਕਰਨ ਦੀ ਕਰਨਾ ਜੀ। ਕਿ ਜਿਹੜਾ ਭੋਜਨ ਹੈ ਨਾ, ਗੁਰੂ ਸਾਹਿਬ ਜੀ ਨੇ ਪਹਿਲੀ ਗੱਲ ਕੀਤੀ ਕਿ ਜਿਹੜਾ ਭੋਜਨ ਹੈ ਉਹ ਹਮੇਸ਼ਾ ਭਜਨ ਦੇ ਨਾਲ ਹੋਵੇ। ਕਹਿੰਦੇ ਨਾ ਅਸੀਂ ਬੜੀ ਵਾਰੀ ਪੜ੍ਹਦੇ ਹਾਂ, ਕਹਿੰਦੇ ਭੋਜਨ ਭਗਤੀ। ਅਸੀਂ ਮੂੰਹ 'ਚ ਜਦੋਂ ਆਪਣਾ ਪ੍ਰਸ਼ਾਦਾ ਪਾਉਂਦੇ ਹਾਂ, ਕੁਛ ਵੀ ਪਾਉਂਦੇ ਹਾਂ, ਫੂਡ ਪਾਉਂਦੇ ਹਾਂ, ਤੇ ਕਹਿੰਦੇ ਵੀ ਜਦੋਂ ਮੂੰਹ ਹਿਲਾਓ ਤਾਂ ਏਦਾਂ ਤੁਹਾਡੇ ਮਨ ਵਿੱਚ ਆਵੇ ਕਿ ਮੈਂ ਵਾਹਿਗੁਰੂ ਬੋਲ ਰਹੀ ਹਾਂ। ਸਭ ਤੋਂ ਇੰਪੋਰਟੈਂਟ ਗੱਲ, ਰਹਿਤ ਮਰਿਆਦਾ ਜਿਹੜੀ ਭੋਜਨ ਦੀ ਗੱਲ ਕੀਤੀ ਹੈ, ਇਹ ਸਭ ਲਈ ਜਿਹੜੀ ਉਹ ਸਾਂਝੀ ਹੈ। ਕਹਿੰਦੇ ਵੀ ਜੇ ਸਾਡੀ ਜਿਹੜੀ ਨਾ ਸਾਡਾ ਜੋ ਸਰੀਰ ਹੈ ਉਹ ਭੋਜਨ ਨਾਲ ਚੱਲਦਾ ਹੈ, ਔਰ ਜਿੱਦਾਂ ਦਾ ਭੋਜਨ ਹੈ ਜੈਸਾ ਅੰਨ ਵੈਸਾ ਮਨ। ਸੋ ਅਸੀਂ ਜਿੱਦਾਂ ਦਾ ਭੋਜਨ ਖਾਵਾਂਗੇ ਉਦਾਂ ਦੇ ਸਾਡੇ ਸਰੀਰ ਵਿੱਚ ਖੂਨ ਬਣੇਗਾ, ਉਦਾਂ ਦੇ ਹੀ ਸਾਡੇ ਸਰੀਰ ਦੇ ਵਿੱਚ ਸਾਰਾ ਸੰਚਾਰ ਹੋਏਗਾ। ਸੋ ਇਸੇ ਕਰਕੇ ਗੱਲ ਕੀਤੀ ਜਾਂਦੀ ਸੀ ਕਿ ਜਿਹੜੀਆਂ ਮਾਵਾਂ ਸੀ, ਜਿਹੜੀਆਂ ਲੇਡੀਜ਼ ਹੁੰਦੀਆਂ ਸੀ, ਉਹ ਹਮੇਸ਼ਾ ਚੌਂਕੇ ਵਿੱਚ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ, ਪ੍ਰਸ਼ਾਦਾ ਬਣਾਉਣਾ, ਤਾਂ ਕਿ ਜਦੋਂ ਪ੍ਰਸ਼ਾਦਾ ਬਣਾਇਆ ਜਾਂਦਾ ਹੈ ਉਹਦੇ ਵਿੱਚ ਕੀ ਹੋਵੇ ਕਿ ਉਹਦੇ ਵਿੱਚੋਂ ਗੁਰਬਾਣੀ ਦਾ ਰਸ ਜਾਵੇ। ਔਰ ਜਿਨ੍ਹਾਂ ਘਰਾਂ 'ਚ ਅੱਜ ਇਹ ਨਹੀਂ ਹੁੰਦਾ ਉੱਥੇ ਕਲੇਸ਼ ਵੀ ਬਹੁਤ ਨੇ। ਸੋ ਜ਼ਰੂਰ ਜਿਨ੍ਹਾਂ ਘਰਾਂ 'ਚ ਨਹੀਂ ਹੁੰਦਾ ਇਸ ਗੱਲ ਦਾ ਖਾਸ ਧਿਆਨ ਰੱਖੀਏ, ਜਿੱਦਾਂ ਹੀ ਰਸੋਈ ਵਿੱਚ ਜਾਈਏ ਜਿਹੜੀ ਵੀ ਬਾਣੀ ਆਉਂਦੀ ਹੈ, ਚਾਹੇ ਮੂਲ ਮੰਤਰ ਹੀ ਕਰਨਾ ਸ਼ੁਰੂ ਕਰ ਦਈਏ, ਪਰ ਭੋਜਨ ਬਣਾਉਣ ਲੱਗਿਆ ਵੀ ਤੇ ਭੋਜਨ ਛਕਣ ਲੱਗਿਆ ਵੀ ਤੇ ਭਜਨ ਕਰਦੇ ਕਰਦੇ ਕਰੀਏ। ਔਰ ਦੂਸਰੀ ਗੱਲ, ਜਦੋਂ ਭੋਜਨ ਛਕਣਾ ਵੈ, ਛਕਣ ਲੱਗੇ ਇਸ ਗੱਲ ਦਾ ਜ਼ਰੂਰ ਧਿਆਨ ਦਈਏ, ਸਭ ਤੋਂ ਪਹਿਲਾਂ ਗੁਰੂ ਦਾ ਸ਼ੁਕਰ ਕਰਕੇ ਛਕੀਏ। ਦੂਸਰਾ, ਟੀਵੀ ਤੋਂ ਦੂਰ ਰਹਿ ਕੇ, ਇਹ ਨਹੀਂ ਹੈ ਕਿ ਇੱਕ ਪਾਸੇ ਸੀਰੀਅਲ ਚੱਲ ਰਿਹਾ ਤੇ ਦੂਜੇ ਪਾਸੇ ਅਸੀਂ ਛਕ ਰਹੇ ਹਾਂ। ਔਰ ਇਸ ਵਿੱਚ ਇੱਕ ਸਵਾਲ ਪੁੱਛਿਆ ਕਿ ਕੁਝ ਕਿਸੇ ਕੋਲੋਂ ਲੈ ਕੇ ਨਹੀਂ ਛਕਦੇ। ਵੈਸੇ ਇਦਾਂ ਦਾ ਕੋਈ ਵਹਿਮ ਨਹੀਂ ਹੁੰਦਾ ਕਿ ਅਸੀਂ ਕਿਸੇ ਕੋਲੋਂ ਲੈ ਕੇ ਨਹੀਂ ਛਕਣਾ, ਪਰ ਅੱਜ ਕੱਲ ਇੱਕ ਚੀਜ਼, ਇੱਕ ਬਿਮਾਰੀ ਵਧੀ ਹੋਈ ਹੈ ਕਿ ਅਸੀਂ ਨਾ ਰੇੜੀਆਂ ਤੋਂ ਖਾਣਾ ਬੜਾ ਪਸੰਦ ਕਰਦੇ ਹਾਂ। ਔਰ ਉਹੀ ਭਈਏ, ਮਤਲਬ ਮੈਂ ਇੱਥੇ ਵਰਡ ਤਾਂ ਯੂਜ਼ ਕਰ ਰਹੀ ਹਾਂ ਕਿਉਂਕਿ ਜਿਹੜੇ ਉਹ ਬਿਹਾਰ ਦੇ ਲੋਕ ਹੈ ਜ਼ਿਆਦਾਤਰ, ਉਹਨਾਂ ਨੇ ਰੇੜੀਆਂ ਲਗਾਈਆਂ ਹੁੰਦੀਆਂ, ਇੱਕ ਪਾਸੇ ਸਿਗਰਟ ਮੂੰਹ 'ਚ ਹੁੰਦੀ ਹੈ, ਦੂਜੇ ਪਾਸੇ ਸਾਨੂੰ ਉਹੀ ਹੱਥਾਂ ਨਾਲ ਬਣਾ ਕੇ ਦੇ ਦਿੰਦੇ ਹੈ। ਸਾਨੂੰ ਨਹੀਂ ਪਤਾ ਉਹ ਨਹਾਉਂਦੇ ਵੀ ਨੇ ਜਾਂ ਨਹੀਂ, ਸਫਾਈ ਵੀ ਰੱਖਦੇ ਨੇ ਜਾਂ ਨਹੀਂ। ਉਹਦੇ ਨਾਲ ਕੀ ਹੈ, ਔਰ ਜਦੋਂ ਉਹ ਬਣਾ ਰਹੇ ਹੁੰਦੇ ਨਾ, ਤੁਸੀਂ ਕਦੇ ਨੋਟਿਸ ਕਰੋ ਨਾਲ ਗਾਣੇ ਲੱਗੇ ਹੁੰਦੇ ਆ। ਸੋ ਜਿਸ ਤਰ੍ਹਾਂ ਦਾ ਉਹ ਭੋਜਨ ਬਣ ਰਿਹਾ ਵੈ, ਉਸੇ ਤਰ੍ਹਾਂ ਦਾ ਭੋਜਨ ਅਸੀਂ ਜਦੋਂ ਖਾਵਾਂਗੇ ਸਾਡੇ ਸਰੀਰ 'ਚ ਸਾਰੇ ਜੋ ਵੀ ਹੋਏਗਾ ਉਸੇ ਭੋਜਨ ਦੇ ਨਾਲ ਹੋਣਾ। ਸੋ ਸਾਡੇ, ਅਸੀਂ ਗੁਣਾਂ ਦੀ ਗੱਲ ਕੀਤੀ, ਪਹਿਲਾਂ ਗੁਣ ਤਾਂ ਹੀ ਆਣਗੇ ਜਦੋਂ ਸਾਡੇ ਅੰਦਰ ਪਰਮਾਤਮਾ ਦਾ ਜਿਹੜਾ ਵਾਸਾ ਹੋਏਗਾ, ਉਹ ਵਾਸਾ ਕੇਵਲ ਤੇ ਕੇਵਲ ਜਿਹੜਾ ਅਸੀਂ ਲੰਗਰ ਛਕਦੇ ਹਾਂ, ਗੁਰੂ ਦਾ ਲੰਗਰ ਇਹ ਹੈ ਜਿਹੜਾ ਗੁਰਦੁਆਰਾ ਸਾਹਿਬ 'ਚ ਮਿਲੇ। ਜਿਹੜਾ ਵੀ ਭਜਨ ਕਰਦੇ ਆ ਭੋਜਨ ਬਣੇਗਾ, ਭਜਨ ਕਰਦੇ ਆ ਭੋਜਨ ਛਕਿਆ ਜਾਏਗਾ, ਉਹ ਗੁਰੂ ਦਾ ਲੰਗਰ ਹੋਏਗਾ। ਸੋ ਨੈਕਸਟ ਸਵਾਲ ਜੀ, ਅਗਲਾ ਸਵਾਲ ਹੈ ਜੀ ਵਾਈਸੀ ਪਰਮਜੀਤ ਜੀ। ਬੱਚੇ ਦਾ ਸਵਾਲ ਹੈ, ਜੇਕਰ ਘਰ ਦੇ ਮੈਂਬਰਾਂ ਵਿੱਚ ਕੋਈ ਬਿਮਾਰ ਹੋਵੇ ਤਾਂ ਕੀ ਉਹ ਬਿਨਾਂ ਇਸ਼ਨਾਨ ਕੀਤੇ ਗੁਰਦੁਆਰਾ ਸਾਹਿਬ ਜਾ ਸਕਦਾ ਹੈ ਜਾਂ ਪਾਠ ਕਰ ਸਕਦਾ ਹੈ ਜਾਂ ਨਹੀਂ? ਵੀਰ ਪਰਮਜੀਤ ਸਿੰਘ ਜੀ। ਅੱਜ ਉਹਨਾਂ ਦੇ ਥੋੜੇ ਨੈਟਵਰਕ ਦੇ ਐਰਰ ਆ ਰਹੇ ਸੀ, ਉਹਨਾਂ ਨੇ ਪਹਿਲਾਂ ਕਿਹਾ ਸੀ। ਵਾਹਿਗੁਰੂ ਜੀ। जी वीर जी, आप जी अपनी वीडियो बेशक बंद कर दो जी। ओके, आवाज आ रही भैन जी मेरी? आ रही है जी। वाहिगुरू जी का खालसा, वाहिगुरू जी की फतेह जी।
ਅੱਜ ਦਾ ਸਵਾਲ ਹੈ ਜੀ, ਜੇਕਰ ਘਰ ਦੇ ਮੈਂਬਰਾਂ ਵਿੱਚੋਂ ਕੋਈ ਬਿਮਾਰ ਹੋਵੇ ਤਾਂ ਉਹ ਬਿਨਾਂ ਇਸ਼ਨਾਨ ਕੀਤੇ ਗੁਰਦੁਆਰਾ ਸਾਹਿਬ ਜਾ ਸਕਦਾ ਹੈ ਜਾਂ ਪਾਠ ਕਰ ਸਕਦਾ ਹੈ ਜਾਂ ਨਹੀਂ? ਜ਼ਿਆਦਾਤਰ ਜਿਨ੍ਹਾਂ ਬੱਚਿਆਂ ਨੇ ਜਾਂ ਜਿਹੜੇ ਵੀ ਕੈਂਪ ਦੇ ਵਿੱਚ ਜੁੜੇ ਹੋਏ ਵੀਰ ਭੈਣ ਭਰਾ ਨੇ, ਬਜ਼ੁਰਗ ਨੇ, ਉਹਨਾਂ ਨੇ ਜੇਕਰ ਸਿੱਖ ਰਹਿਤ ਮਰਿਆਦਾ ਪੜ੍ਹੀ ਹੋਵੇ ਤਾਂ ਉਹਦੇ ਵਿੱਚ ਵੀ ਇਹ ਟੂਕ ਮਾਤਰ ਸਾਨੂੰ ਲਿਖਿਆ ਹੋਇਆ ਮਿਲਦਾ ਵਾ ਕਿ ਬਾਣੀ ਦਾ ਪਾਠ ਕਰਨ ਲੱਗਿਆਂ ਕਿਸੇ ਤਰ੍ਹਾਂ ਦਾ ਵੀ ਵਹਿਮ ਭਰਮ ਨਹੀਂ ਕਰਨਾ। ਔਰ ਮੈਂ ਬਿਲਕੁਲ ਸੰਖੇਪ ਦੇ ਵਿੱਚ ਇਹ ਗੱਲ ਦੱਸਣੀ ਚਾਹਾਂਗਾ ਕਿ ਇਸ਼ਨਾਨ ਦਾ ਜਿਹੜਾ ਸੰਬੰਧ ਹੈ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਨਹੀਂ ਹੈ। ਇਸ਼ਨਾਨ ਕਰਨ ਦਾ ਸੰਬੰਧ ਸਾਡੇ ਸਰੀਰ ਦੇ ਨਾਲ ਹੈ। ਕਿਵੇਂ? ਕਿਉਂਕਿ ਜੇਕਰ ਸਾਡੇ ਸਰੀਰ ਨੂੰ ਅਸੀਂ ਸਾਫ ਸੁਥਰਾ ਨਹੀਂ ਰੱਖਾਂਗੇ ਤਾਂ ਸਾਡਾ ਸਰੀਰ ਜਿਹੜਾ ਹੈ ਉਹ ਬਿਮਾਰ ਹੋ ਜਾਏਗਾ, ਤੇ ਜਿਹੜਾ ਸਰੀਰ ਬਿਮਾਰ ਹੈ ਉਹ ਕਦੀ ਵੀ ਪ੍ਰਮਾਤਮਾ ਦਾ ਨਾਮ, ਪ੍ਰਮਾਤਮਾ ਦੀ ਭਜਨ ਬੰਦਗੀ ਨਹੀਂ ਕਰ ਸਕਦਾ। ਹਾਂ, ਇੰਨਾ ਜ਼ਰੂਰ ਹੈ ਕਿ ਜਦੋਂ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਾਂ ਤਾਂ ਅਸੀਂ ਇਸ਼ਨਾਨ ਕਰਾਂਗੇ ਤੇ ਸਾਡੀ ਜਿਹੜੀ ਆਲਸ ਹੈ ਜਾਂ ਸਾਡਾ ਸਰੀਰ ਜਿਹੜਾ ਵਾ ਉਹ ਤੰਦਰੁਸਤ ਔਰ ਚੁਸਤ ਫੁਰਤ ਹੋ ਜਾਵੇਗਾ। ਸਾਡਾ ਮਨ ਗੁਰਬਾਣੀ ਦੇ ਵਿੱਚ ਵੀ ਲੱਗੇਗਾ। ਪਰ ਜੇਕਰ ਕਿਸੇ ਸਮੇਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤੇ ਜੇ ਅਸੀਂ ਕਿਤੇ ਲੰਮੇ ਸਫ਼ਰ ਤੇ ਜਾ ਰਹੇ ਹਾਂ, ਸਮਾਂ ਨਿਤਨੇਮ ਦਾ ਹੋ ਰਿਹਾ ਹੈ ਜਾਂ ਸਾਡਾ ਸਰੀਰ ਇਜਾਜ਼ਤ ਨਹੀਂ ਦਿੰਦਾ, ਬਿਮਾਰੀ ਕੋਈ ਆ ਗਈ ਆ, ਬੁਖਾਰ ਚੜਿਆ ਹੋਇਆ, ਅਸੀਂ ਇਸ਼ਨਾਨ ਨਹੀਂ ਕਰ ਸਕਦੇ, ਤਾਂ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਹਿਮ ਭਰਮ ਨਹੀਂ ਕਰਨਾ ਚਾਹੀਦਾ ਕਿ ਅਸੀਂ ਜਿੰਨੀ ਦੇਰ ਇਸ਼ਨਾਨ ਨਹੀਂ ਕੀਤਾ ਤੇ ਪਾਠ ਨਹੀਂ ਕਰਨਾ ਜਾਂ ਗੁਰਦੁਆਰਾ ਸਾਹਿਬ ਨਹੀਂ ਜਾਣਾ। ਅਸੀਂ ਆਪਣੇ 5 ਇਸ਼ਨਾਨਾਂ ਕਰਕੇ ਗੁਰਬਾਣੀ ਦਾ ਪਾਠ ਵੀ ਕਰ ਸਕਦੇ ਹਾਂ ਔਰ ਗੁਰਦੁਆਰਾ ਸਾਹਿਬ ਵੀ ਜਾ ਸਕਦੇ ਹਾਂ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਕੁਝ ਬੱਚੇ ਨੇ ਇਹ ਵੀ ਕੁਐਸਚਨ ਕਰਦੇ ਆ ਜਿੱਦਾਂ ਤਾਂ ਆਗੇ ਇਸ਼ਨਾਨ ਕਰਕੇ ਪਾਠ ਕਰਨਾ ਹੈ ਜਾਂ ਬਿਨਾਂ ਇਸ਼ਨਾਨ ਕੀਤੇ ਕਦੇ ਮਜਬੂਰੀ ਹੋਵੇ ਤਾਂ ਕਰ ਸਕਦੇ ਆ ਜਾਂ ਨਹੀਂ। ਕੁਝ ਬੱਚੇ ਪੁੱਛਦੇ ਵੀ ਕਿ ਜਦੋਂ ਅਸੀਂ ਇਸ਼ਨਾਨ ਕਰ ਰਹੇ ਹੁੰਨੇ ਆ, ਜਦੋਂ ਅਸੀਂ ਨਹਾ ਰਹੇ ਹੁੰਨੇ ਆ, ਕਿ ਉਦੋਂ ਵੀ ਅਸੀਂ ਪਾਠ ਕਰ ਸਕਦੇ ਆ? ਅਸੀਂ ਕਰ ਸਕਦੇ ਆ, ਪਰ ਅਸੀਂ ਉਹਨੂੰ ਇਹ ਨਾ ਸੋਚੀਏ ਕਿ ਨਿਤਨੇਮ ਦਾ ਪਾਠ ਵੀ ਜਿਹੜੀ ਮੈਂ ਆਪਣੇ ਰੋਜ਼ ਦੀ ਰੂਟੀਨ ਕਰਨੀ ਹੈ ਮੈਂ ਇਸ਼ਨਾਨ ਕਰਦੇ ਕਰ ਲੈਣਾ ਹੈ। ਇਸ਼ਨਾਨ ਕਰਦੇ ਜਿਹੜੀ ਮਰਜ਼ੀ ਬਾਣੀ ਪੜ੍ਹੋ, ਪਰ ਨਿਤਨੇਮ ਦਾ ਪਾਠ ਕੋਸ਼ਿਸ਼ ਕਰੋ ਕਿ ਅਸੀਂ ਬੈਠ ਕੇ ਕਰ ਸਕੀਏ ਜੀ। ਸੋ ਅਗਲਾ ਸਵਾਲ ਮੈਂ ਟੂਕ ਮਾਤਰ ਇੱਕ ਤੁਹਾਡੀ ਗੱਲ ਦੇ ਨਾਲ ਹੀ ਸਾਂਝੀ ਕਰਨੀ ਚਾਹਾਂਗਾ ਕਿ ਜਿਸ ਤਰ੍ਹਾਂ ਅਸੀਂ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕੈਂਪ ਦੇ ਵਿੱਚ ਕਿ ਜੇਕਰ ਕੋਈ ਪੀਰੀਅਡ ਚੱਲ ਰਿਹਾ ਵਾ, ਜਿਹੜੇ ਸਿਲੇਬਸ ਟੀਚਰ ਪੜ੍ਹਾ ਰਹੇ ਨੇ, ਸਾਡਾ ਧਿਆਨ ਜੇ ਹੋਰ ਇਸ ਤਰ੍ਹਾਂ ਇਸ਼ਨਾਨ ਕਰਨ ਲੱਗਿਆ ਸਾਡਾ ਧਿਆਨ ਉਦੋਂ ਸਰੀਰ ਨੂੰ ਸਾਫ਼ ਕਰਨ ਦੇ ਵਿੱਚ ਲੱਗਾ ਹੁੰਦਾ ਹੈ ਤੇ ਉਹ ਸਾਡੀ ਇਕਾਗਰਤਾ ਨਹੀਂ ਬਣ ਪਾਉਂਦੀ। ਅਸਲ ਦੇ ਵਿੱਚ ਚਾਹੀਦਾ ਤਾਂ ਇਹੀ ਹੈ, ਪਾਠ ਕਰਨਾ ਚਾਹੀਦਾ ਹੈ, ਵਾਹਿਗੁਰੂ ਦਾ ਸਿਮਰਨ ਨਾਲ ਨਾਲ ਕਰੀ ਜਾਈਏ, ਪਰ ਜਦੋਂ ਵੀ ਨਿਤਨੇਮ ਕਰੀਏ ਇਕਾਗਰਚਿਤ ਹੋ ਕੇ ਤੇ ਬੈਠ ਕੇ ਹੀ ਇੱਕ ਜਗ੍ਹਾ ਤੇ ਨਿਤਨੇਮ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਜੀ। ਬਹੁਤ ਧੰਨਵਾਦ ਵੀਰ ਜੀ। ਅਗਲਾ ਸਵਾਲ ਜੀ। ਅੰਕਲ ਜੀ ਨੂੰ ਬੇਨਤੀ ਹੈ ਜੀ ਇਹਦਾ ਆਨਸਰ ਕਰਨਗੇ। ਜੇਕਰ ਅਸੀਂ ਆਪਣੀ ਨਿਮਰਤਾ ਵਿੱਚ ਹੋਈਏ ਤੇ ਸਾਨੂੰ ਕੋਈ ਤੰਗ ਕਰੇ, ਸਾਡੀ ਨਿਮਰਤਾ ਦਾ ਫਾਇਦਾ ਚੁੱਕੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਵਾਹਿਗੁਰੂ ਜੀ। ਜੀ ਅੰਕਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪਿਆਰੇ ਬੱਚਿਓ, ਜਿਸ ਤਰ੍ਹਾਂ ਦਾਸ ਨੇ ਕੱਲ ਵੀ ਕਿਹਾ ਸੀਗਾ ਬੇਟਾ ਜੀ, ਪਹਿਲੀ ਗੱਲ ਤਾਂ ਦੇਖੋ ਬੱਚੇ ਕਈ ਵਾਰੀ ਸਵਾਲ ਕਰਦੇ ਆ। ਹੁਣ ਬੱਚਿਆਂ ਨੂੰ ਦੱਸਿਆ ਗਿਆ ਕਿ ਬਈ ਗੱਲ ਸੁਣੋ, ਤੁਸੀਂ 5ਵੀਂ 6ਵੀਂ 7ਵੀਂ ਕਲਾਸ ਦੇ ਬੱਚੇ BA ਵਾਲਿਆਂ ਦੇ MA ਵਾਲਿਆਂ ਦੇ ਸਵਾਲ ਕਰਦੇ ਹੋ ਨਾ, ਤੇ ਜਦੋਂ ਤੁਸੀਂ ਉੱਥੇ ਪਹੁੰਚੋਗੇ ਤੁਹਾਨੂੰ ਜਵਾਬ ਮਿਲ ਜਾਏਗਾ। ਸਾਰੇ ਸਵਾਲਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੈਗਾ ਹੈ। ਖੈਰ ਫਿਰ ਵੀ ਬੇਟਾ ਜੀ, ਆਪਾਂ ਨਾ ਇੱਥੇ ਭੁੱਲੇ ਆ, ਮਾਤਾ ਪਿਤਾ ਭੁੱਲ ਗਏ ਸਾਡੇ। ਇਹ ਪੜ੍ਹਾਈ ਵੀ ਉਦੋਂ ਹੀ ਸ਼ੁਰੂ ਕਰਨੀ ਚਾਹੀਦੀ ਸੀ ਜਦੋਂ ਸਕੂਲ ਦੀ ਪੜ੍ਹਾਈ ਸ਼ੁਰੂ ਹੋਈ ਸੀ, ਭਾਵੇਂ ਅਸੀਂ ਮੂਲ ਮੰਤਰ ਤੋਂ ਸ਼ੁਰੂ ਕਰਦੇ, ਪਰ ਮਾਤਾ ਪਿਤਾ ਭੁੱਲ ਗਏ, ਹੈ ਨਾ। ਅੱਜ ਤੋਂ 60 70 80 ਸਾਲ ਪਹਿਲੇ ਸਾਡੇ ਮਾਤਾ ਪਿਤਾ, ਦਾਦਾ ਦਾਦੀ, ਨਾਨਾ ਨਾਨੀ, ਬੇਟੇ ਜੀ, ਅਜੇ ਬੱਚਾ ਪੇਟ 'ਚ ਹੁੰਦਾ ਸੀ ਤਾਂ ਤੋਂ ਹੀ ਇਹ ਪਾਠ ਸ਼ੁਰੂ ਹੋ ਜਾਂਦਾ ਸੀ। ਬਾਣੀ ਬੱਚੇ ਨੂੰ ਪੇਟ 'ਚ ਹੀ ਸੁਣਾਈ ਜਾਂਦੀ ਸੀਗੀ। ਤੇ ਮੈਂ ਇਹਦੇ 'ਚ ਹੰਕਾਰ ਨਹੀਂ ਹੈ, ਇਹ ਸੱਚ ਹੈ। ਮੇਰੀ ਗ੍ਰੈਂਡ ਡਾਟਰ ਸੁਖਮਨੀ ਕੌਰ ਆਪਣੀ ਮਾਂ ਦੇ ਪੇਟ 'ਚ ਸੀਗੀ, ਇੱਕ ਸੁਖਮਨੀ ਸਾਹਿਬ ਦਾ ਪਾਠ ਰੋਜ਼ ਸੁਣਦੀ ਸੀਗੀ, ਔਰ ਜੋ ਜਨਮ ਹੋਇਆ ਸੀ ਉਹਦਾ ਨਾਂ ਸੁਖਮਨੀ ਕੌਰ ਸੀ ਤੇ 11 ਸਾਲ ਦੀ ਉਹਨੂੰ ਸੁਖਮਨੀ ਸਾਹਿਬ ਦਾ ਪਾਠ ਮੂੰਜਬਾਨੀ ਯਾਦ ਸੀ। ਇਹ ਹੁਣੇ 2 ਬੱਚੀਆਂ ਨੇ ਜਿਹਨਾਂ ਕੀਰਤਨ ਕੀਤਾ ਹੈ, ਇਹ ਮਾਤਾ ਪਿਤਾ ਏਦਾਂ ਦੇ ਮਾਤਾ ਪਿਤਾ ਹੁੰਦੇ ਸੀ ਜੋ ਬੱਚੀਆਂ ਨੇ ਇਸ ਉਮਰ 'ਚ ਕੀਰਤਨ ਕੀਤਾ। 9th ਕਲਾਸ ਦੇ ਬੱਚੇ ਮੈਂ ਦੇਖਿਆ, ਦੋਨਾਂ ਨੇ ਜੋ ਕੀਰਤਨ ਕੀਤਾ, ਇਹ ਗੁਣ ਮਾਤਾ ਪਿਤਾ ਨੇ ਹੀ ਭਰੇ ਆ, ਪਰ ਸਾਡੇ ਮਾਤਾ ਪਿਤਾ ਭੁੱਲ ਗਏ ਆ ਬੇਟੇ।
ਸੋ ਤੁਹਾਡੇ ਕੋਲ ਸਾਰੀਆਂ ਗੱਲਾਂ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੈਗਾ ਜੇ ਬੱਚਿਓ। ਤੁਸੀਂ ਕੋਸ਼ਿਸ਼ ਕਰੋ ਕਿ ਇਹਨੂੰ ਪਿਆਰ ਨਾਲ ਸਮਝ ਕੇ ਪੜ੍ਹੋ, ਤੁਹਾਨੂੰ ਸਾਰੇ ਸਵਾਲਾਂ ਜਵਾਬ ਮਿਲੇਗਾ। ਨਹੀਂ ਤਾਂ ਕਈ ਵਾਰੀ ਅਸੀਂ ਟੁੱਟ ਜਾਂਦੇ ਹਾਂ, ਸਵਾਲ ਦਾ ਜਵਾਬ ਨਹੀਂ ਮਿਲਦਾ। ਕਈ ਬੰਦੇ ਗਲਤ ਜਵਾਬ ਵੀ ਦੇ ਛੱਡਦੇ ਆ। ਹੁਣ ਮੇਰੇ ਵਰਗੇ ਨੂੰ ਬਹੁਤਾ ਕੁਝ ਆਉਂਦਾ ਨਹੀਂ ਹੈ, ਪਰ ਬੇਟੇ ਜੀ ਇਹ ਹੁਣ ਜਿਹੜਾ ਸਵਾਲ ਕੀਤਾ ਗਿਆ, ਜੇ ਅਸੀਂ ਆਪਣੀ ਨਮਰਤਾ ਨਾਲ ਰਹੀਏ ਤੇ ਫਿਰ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਆ, ਉਠਾਉਣ ਦਿਓ ਉਹਨਾਂ ਨੂੰ, ਕੋਈ ਗੱਲ ਨਹੀਂ। ਤੁਹਾਡੇ ਨਾਲ ਰੱਬ ਹੈਗਾ, ਰੱਬ ਸੱਚ ਦਾ ਨਿਬੇੜਾ ਕਰਦਾ ਬੇਟੇ। ਮੈਂ ਤੁਹਾਨੂੰ ਅੱਗੇ ਸੁਣਾ ਚੁੱਕਾ, ਮੈਂ ਜਦੋਂ ਆਪਣਾ ਭੁੱਲ ਗਲਤੀ ਕੀਤੀ ਸੀ, ਬੜੀ ਵੱਡੀ ਭੁੱਲ ਕੀਤੀ ਸੀ, ਤੇ ਉਸ ਤੋਂ ਬਾਅਦ ਮੈਂ ਸਵੇਰੇ ਸ਼ਾਮ ਗੁਰਦੁਆਰੇ ਬੈਠਦਾ ਸੀ ਜਾ ਕੇ, ਤੇ ਮੈਂ ਆਪਣੀ ਨਮਰਤਾ ਦਿਖਾਈ ਗੁਰੂ ਸਾਹਿਬ ਦੀ ਕਿਰਪਾ ਨਾਲ। ਮੈਂ ਉੱਥੇ ਬੈਠਾ ਹੋਇਆ ਪਾਠ ਬਾਣੀ ਸੁਣਦਾ ਸੀ, ਮੈਨੂੰ ਕਹਿੰਦੇ ਪਖੰਡੀ, 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਸੀ, ਬਗਲਾ ਭਗਤ। ਤੇ ਬੇਟੇ ਫਿਰ ਹੁਣ ਦੇਖੋ ਕੀ ਹੈ, ਤੁਸੀਂ ਆਪਣਾ ਗੁਣ ਨਹੀਂ ਗਵਾਉਣਾ ਭਾਵੇਂ ਕੁਛ ਹੋ ਜਾਏ ਬੇਟੇ ਜੀ। ਅਸੀਂ ਆਪਣਾ ਗੁਣ ਨਹੀਂ, ਆਪਣੀ ਨਮਰਤਾ ਦਿਖਾਣੀ ਹੈ। ਸਾਨੂੰ ਗੁਰਬਾਣੀ 'ਚ ਸਿਖਾਇਆ ਜਾਂਦਾ ਹੈ। ਤੇ ਫਿਰ ਕੀ ਹੋਇਆ, 15-20 ਸਾਲਾਂ ਬਾਅਦ ਉਹੀ ਬੰਦੇ ਜਿਹੜੇ ਮੈਨੂੰ ਕਹਿੰਦੇ ਸੀ ਪਖੰਡੀ, 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਬਗਲਾ ਭਗਤ, ਤੇ ਮੇਰੇ ਕੋਲ ਆ ਕੇ ਸਲਾਹਾਂ ਲੈਂਦੇ, ਵੀਰੇ ਮੇਰੀ ਬੇਟੀ ਇੱਥੋਂ ਨਿਕਲ ਗਈ, ਮੇਰੀ ਮਦਦ ਕਰ ਦੇ, ਮੇਰਾ ਬੇਟਾ ਨਸ਼ਾ ਕਰਨਾ ਪਿਆ, ਮੇਰੀ ਮਦਦ ਕਰ ਦੇ। ਸੋ ਬੇਟੇ ਅਸੀਂ ਆਪਣਾ ਗੁਣ ਨਹੀਂ ਗਵਾਉਣਾ, ਕਿਉਂਕਿ ਤੁਹਾਨੂੰ ਗੁਰਬਾਣੀ 'ਚੋਂ ਸਾਰੇ ਸਵਾਲਾਂ ਦਾ ਜਵਾਬ ਮਿਲੇਗਾ ਬੇਟੇ ਜੀ। ਨਮਰਤਾ ਆਪਣੀ ਰੱਖਣੀ ਹੈ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਸੋ ਬੱਚਿਓ ਇੱਕ ਸਵਾਲ, ਇਹ ਤੁਕ ਬਾਣੀ ਦੀ ਤੁਹਾਨੂੰ ਸਮਝ ਆਏਗੀ। ਗੁਰਬਾਣੀ ਸਭ ਕੁਝ ਲਿਖਿਆ ਹੋਇਆ ਬੇਟੇ, ਜਿਹਨੂੰ ਪਿਆਰ ਨਾਲ ਸਮਝਾਂਗੇ, ਵਿਚਾਰ ਕੇ ਪੜਾਂਗੇ, ਅਸੀਂ ਆਪਣਾ ਗੁਣ ਨਹੀਂ ਗਵਾਉਣਾ। ਉਹ 2 ਸਾਧੂ ਨਹਿਰ ਦੇ ਕਿਨਾਰੇ ਜਾਂਦੇ ਪਏ ਸੀ ਨਾ, ਇੱਕ ਤਾਂ ਪਿਓਰ ਸਾਧੂ ਸੀ ਜਿਹਦੇ ਕੋਲ ਬੜਾ ਗਿਆਨ ਸੀ, ਬੜਾ ਜੀਵਨ ਵਾਲਾ ਸੀ, ਪ੍ਰੈਕਟੀਕਲ ਬੰਦਾ ਸੀ। ਇੱਕ ਮੇਰੇ ਵਰਗਾ ਪਖੰਡੀ ਨਾਲ ਸੀਗਾ। ਤੇ ਉਹ ਕੀ ਹੋ ਰਿਹਾ ਸੀ, ਨਹਿਰ ਦੇ ਨਾਲ ਜਾਂਦੇ ਪਏ, ਦੇਖਿਆ ਉਹਨੇ ਜਿਹੜਾ ਅਸਲੀ ਸਾਧੂ ਸੀ ਨਾ, ਉਹ ਇੱਕ ਡੁੱਬਦਾ ਪਿਆ ਸੀਗਾ, ਬਿੱਛੂ ਡੁੱਬ ਰਿਹਾ ਸੀਗਾ ਨਹਿਰ ਦੇ ਵਿੱਚ, ਤੇ ਉਹਨੇ ਜਲਦੀ ਨਾਲ ਛਲਾਂਗ ਮਾਰ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਸਤੇ ਜੋ ਛਲਾਂਗ ਮਾਰਨ ਲੱਗਾ, ਤੇ ਮੇਰੇ ਵਰਗੇ ਪਖੰਡੀ ਨੇ ਉਹਦੀ ਬਾਹ ਫੜ ਕੇ ਉਹਨੂੰ ਖਿੱਚ ਲਿਆ। ਓਏ ਤੈਨੂੰ ਪਤਾ ਨਹੀਂ ਹੈ, ਉਹ ਇਹ ਤਾਂ ਬਿੱਛੂ ਹੈ, ਤੈਨੂੰ ਡੰਗ ਮਾਰੇਗਾ, ਇਹ ਮਰ ਜਾਏਗਾ ਤੂੰ। ਉਹ ਪਤਾ ਕੀ ਜਵਾਬ ਦਿੱਤਾ ਉਹ ਸਾਧੂ ਨੇ ਮੈਨੂੰ? ਕਹਿੰਦਾ ਵੀਰ ਗੱਲ ਸੁਣ, ਉਹ ਜਾਨਵਰ ਹੋ ਕੇ ਅਗਰ ਆਪਣਾ ਸੁਭਾਅ ਨਹੀਂ ਛੱਡਦਾ, ਅਸੀਂ ਇਨਸਾਨ ਹੋ ਕੇ ਆਪਣਾ ਸੁਭਾਅ ਕਿਉਂ ਛੱਡੀਏ? ਸਾਡਾ ਸੁਭਾਅ ਹੈ ਡੁੱਬਦੇ ਨੂੰ ਬਚਾਉਣਾ, ਤੇ ਮਾਰੇ ਰਾਖੇ ਇੱਕੋ ਆਪ, ਮਾਰਨਾ ਨਾ ਮਾਰਨਾ ਉਹ ਪਰਮਾਤਮਾ ਦੇ ਹੱਥ ਹੈਗਾ। ਬੱਚਿਓ ਇਹ ਵਿਸ਼ਵਾਸ ਤੁਹਾਨੂੰ ਕਰਨਾ ਹੀ ਪਏਗਾ। ਮਾਰੇ ਰਾਖੇ ਇੱਕੋ ਆਪ, ਮਾਨੂ ਕੇ ਕਿਛ ਨਾ ਹੀ ਹੱਥ। ਸੋ ਬੱਚਿਓ ਮੇਰਾ ਖਿਆਲ ਹੈ ਤੁਹਾਨੂੰ ਸਵਾਲ ਦਾ ਜਵਾਬ ਮਿਲ ਗਿਆ ਹੋਏਗਾ। ਮੈਂ ਬਹੁਤਾ ਲੰਬਾ ਨਹੀਂ ਜਾਣਾ ਚਾਹੁੰਦਾ, ਬੜੇ ਮੇਰੇ ਕੋਲ ਗੁਰੂ ਸਾਹਿਬ ਦੀ ਕਿਰਪਾ ਨਾਲ ਤਜਰਬੇ ਹੈਗੇ ਜੇ, ਬੱਚਿਓ ਐਕਸਪੀਰੀਅੰਸ ਹੈਗੇ ਜ਼ਿੰਦਗੀ ਵਿਚਕਾਰ। ਸੋ ਗੁਰੂ ਮਿਹਰ ਕਰੇ ਸਾਰੇ ਬੱਚੇ ਮੇਰੇ ਏਦਾਂ ਦੇ ਬਣੋ ਜਿਵੇਂ 2 ਬੱਚੀਆਂ ਨੇ ਕੀਰਤਨ ਕੀਤਾ ਸੀ। ਮੈਂ ਤੇ ਬਹੁਤ ਗਦਗਦ ਹੋਈ ਜਾ ਰਹਾ, ਬਖਸ਼ਿਸ਼ ਹੋ ਰਹੀ ਹੈ ਬੱਚਿਆਂ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਗਨਵੀਰ ਜੀ ਅਗਲਾ ਸਵਾਲ ਜੀ। ਹਾਂ, ਇਹਦਾ ਜਵਾਬ ਵੀ ਅੰਕਲ ਜੀ ਦੇਣਗੇ ਜੀ। ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤੇ ਜੇ ਉਹ ਬੰਦਾ ਸਾਡੀ ਮਦਦ ਕਰਨ ਦੀ ਥਾਂ ਸਾਡੇ ਉੱਪਰ ਨਿਰਭਰ ਹੀ ਹੋ ਜਾਵੇ, ਤਾਂ ਕੀ ਸਾਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ? ਕਿ ਅਗਰ ਕੋਈ ਬਿਲਕੁਲ ਸੌਰੀ ਬੱਚਿਓ, ਦੇਖੋ ਮੇਰੇ ਕੋਲ ਤਜਰਬੇ ਆ, ਔਰ ਦੇਖੋ ਮੇਰੇ ਕੋਲ ਮੇਰੇ ਸੱਕੇ ਜੀਜਾ ਜੀ, ਉਹਨੂੰ ਕਹਿਣ ਦਿਓ, ਮੇਰੀ ਭੈਣ ਤੇ ਉਹਦਾ ਘਰ ਵਾਲਾ 1970 ਵਿੱਚ ਘਰ ਆ ਕੇ ਕੰਮ ਕਰਨ ਲੱਗ ਪਏ। 1 ਸਾਲ ਕੰਮ ਸਿੱਖ ਲਿੱਤਾ, ਸਭ ਕੁਝ ਸਮਝ ਆ ਗਈ, ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਮੈਂ ਹੁਣ ਉਦਾਹਰਨ ਦੇ ਰਿਹਾ, ਲਾਈਵ ਉਦਾਹਰਨ, ਐਗਜ਼ਾਮਪਲ। ਅਸੀਂ ਬਿਲਕੁਲ ਨਹੀਂ ਪਿੱਛੇ ਹਟਣਾ, ਅਸੀਂ ਗੁਰੂ ਪਾਸ ਦੇ ਪਾਏ ਪੂਰਨਾ ਤੇ ਚੱਲਣਾ, ਕਿਉਂਕਿ ਮੇਰੇ ਕੋਲ ਕਾਰੋਬਾਰ ਚੰਗਾ ਸੀਗਾ, ਉਹ ਵਿਚਾਰੇ ਨੂੰ ਕਾਰੋਬਾਰ ਦੀ ਲੋੜ ਸੀ। ਅਸੀਂ ਆਪਣਾ ਗੁਣ ਨਹੀਂ ਗਵਾਇਆ, ਔਰ ਨਾਲ ਉਹਨੂੰ ਕਾਰੋਬਾਰ ਵਿੱਚ ਲਾਇਆ ਉਹਨਾਂ ਨੂੰ। ਅਸੀਂ ਇਹਦਾ ਨਾ ਕੀ ਮੇਰੇ ਕੋਲ ਕੰਮ ਕੀਤਾ, ਸਿੱਖ ਗਏ, ਕੋਈ ਗੱਲ ਨਹੀਂ, ਤੇ ਉਹਨਾਂ ਕੀ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਜਾ ਕੇ ਨਾ ਬੱਚਿਓ ਆਪਣੀ ਦੁਕਾਨ ਖੋਲ ਕੇ ਤੇ ਮੇਰੇ ਹੀ ਗਾਹਕ ਵੀ ਲੈ ਗਏ, ਤੇ ਮੇਰਾ ਜਿੱਥੋਂ ਸਮਾਨ ਆਉਂਦਾ ਸੀ ਉੱਥੋਂ ਸਮਾਨ ਵੀ ਖਰੀਦਣਾ ਸ਼ੁਰੂ ਕਰਤਾ, ਤੇ ਇੱਥੋਂ ਤੱਕ ਕਿ ਮੇਰੇ ਬੈਂਕ ਮੈਨੇਜਰ ਤੇ ਹੋਰ ਸਾਰੇ ਤਰ੍ਹਾਂ ਦੇ ਭੇਦ ਕੱਢ ਕੇ ਲੈ ਗਏ। ਕੋਈ ਪ੍ਰੋਬਲਮ ਨਹੀਂ ਹੈ। ਮੈਂ ਆਪਣੀ ਉਦੋਂ ਜਦੋਂ ਮੈਂ ਤੁਹਾਡੇ ਵਰਗਾ ਸੀਗਾ ਬੇਟੇ, ਮੈਨੂੰ ਬਹੁਤਾ ਗਿਆਨ ਨਹੀਂ ਸੀ, ਮੈਂ ਆਪਣੀ ਮੰਮੀ ਨੂੰ ਰੋਜ਼ ਕਹਿਣਾ, ਕਿਉਂਕਿ ਮੰਮੀ ਮੇਰੇ ਕਹਿੰਦੇ ਸੀ ਆਪਣੇ ਭੈਣ ਨੂੰ ਕੰਮ ਨਹੀਂ ਦੇਵੇਂਗਾ, ਆਪਣੇ ਜੀਜੇ ਨੂੰ ਕੰਮ ਤੇ ਨਾਲ ਨਹੀਂ ਲਾਏਗਾ। ਹੁਣ ਮੰਮੀ ਪਾਪਾ ਦਾ ਕਹਿਣਾ ਮੰਨਣਾ ਸੀ, ਮੈਂ ਲਵਾ ਦਿੱਤਾ, ਕਰ ਦਿੱਤਾ, ਤੇ ਰੋਜ਼ ਕਹਿਣਾ ਕਿ ਮੰਮਾ ਦੇਖੋ ਇਹ ਮੇਰਾ ਗਾਹਕ ਵੀ ਲੈ ਗਏ ਜੇ, ਇਹ ਮੇਰਾ ਜੀਜਾ ਜੀ ਤਾਂ ਮੇਰਾ ਬੈਂਕ ਮੈਨੇਜਰ ਵੀ ਲੈ ਗਏ ਜੇ, ਸਭ ਕੁਝ। ਤੇ ਮੈਂ ਫਿਰ ਬਹੁਤ ਸ਼ਿਕਾਇਤਾਂ ਲਾਉਂਦਾ ਸੀ। ਫਿਰ ਮੰਮੀ ਕਹਿੰਦੇ ਸੀ ਤੂੰ ਫਿਕਰ ਨਾ ਕਰ, ਤੂੰ ਪਾਠ ਕਰ, ਬਾਬਾ ਜੀ ਆਪੇ ਸਭ ਕੁਝ ਨਿਆਂ ਕਰਨਗੇ। ਸੋ ਬੇਟੇ ਜਦੋਂ ਮੈਂ ਵੀ ਪਾਠ ਹੀ ਕਰਦਾ ਸੀਗਾ, ਤੇ ਜਦੋਂ ਸੁਖਮਨੀ ਸਾਹਿਬ ਪਾਠ ਪੜ੍ਹਦੇ ਆ ਗਿਆ ਇਹੀ ਗੱਲ ਤੁਹਾਨੂੰ ਜਿਹੜੀ ਹੁਣੇ ਸੁਣਾਈ ਹੈ, ਜੋ ਬੇਟੇ ਗੁਰਬਾਣੀ ਸੁਖਮਨੀ ਸਾਹਿਬ ਵਿੱਚ ਲਿਖਿਆ ਹੋਇਆ, ਇਹ ਜਿਹੜੀ ਪੰਕਤੀ ਮੈਂ ਹੁਣੇ ਬੋਲੀ ਸੀ, ਮਾਨੂ ਕੇ ਕਿਸ਼ਨਾਈ ਹੱਥ, ਮਾਰੇ ਰਾਖੇ ਇੱਕੋ ਆਪ। ਬੰਦੇ ਦੇ ਹੱਥ ਕੁਛ ਨਹੀਂ ਹੈਗਾ ਬੇਟੇ, ਤੇ ਉਹਨਾਂ ਨੇ ਮੈਨੂੰ ਡੋਬਣ ਦੀ ਕੋਸ਼ਿਸ਼ ਕੀਤੀ ਸੀ, ਇੱਕ ਤਰ੍ਹਾਂ ਦੇਖਿਆ ਜਾਏ ਤੇ, ਹੈ ਨਾ। ਅਸੀਂ ਉਹਦੀ ਮਦਦ ਕਰਦੇ ਰਹੇ, ਮੈਂ ਸ਼ਿਕਾਇਤ ਲਾਣੀ ਬੰਦ ਕੀਤੀ, ਔਰ ਉਹਨਾਂ ਨੂੰ ਬਲਕਿ ਹੋਰ ਦੱਸਦਾ ਰਿਹਾ ਮੈਂ ਉਸ ਤੋਂ ਬਾਅਦ ਕਿ ਜੀਜਾ ਜੀ ਇੱਥੋਂ ਮਾਲ ਆਉਂਦਾ, ਇੱਥੋਂ ਮਾਲ ਆਉਂਦਾ, ਇਹ ਲੈ ਲਓ, ਇਹ ਆਈਟਮ। ਸੋ ਬੇਟੇ ਆਪਾਂ ਨਹੀਂ ਆਪਣਾ ਗੁਣ ਗਵਾਉਣਾ, ਅਸੀਂ ਇਹ ਦੋਨੋਂ ਗੁਣ ਦੇ ਹੀ ਸਨ। ਤੇ ਤੁਸੀਂ ਫਿਕਰ ਨਾ ਕਰੋ, ਤੁਹਾਡਾ ਕਦੀ ਵੀ ਕਾਰੋਬਾਰ ਕੰਮ ਨਹੀਂ ਘਟੇਗਾ।
क्योंकि मेरे नाल हो चुका है बहुत बारी बेटे। ये गुरु साहब कृपा करते जे, ਤੁਹਾਨੂੰ मैं विश्वास दिवाना बच्चिओ, ਤੁਸੀਂ ਆਪਣੇ गुण ना गवाओ, ਤੁਸੀਂ गुरु साहब के पाए पूरा चली चलो। मेरा बहुत एग्जाम्पल होया है। मेरा सन इन लॉ, मेरा जवाई जो मेरे को काम करन आया सी, उस तो पहले मेरा साला मेरे को काम करता सीगा। हुण मेरा साला सारे गाह कस्टमर लै गया, जिथे जावे मेरा जवाई काम करन वास्ते है। अगे मेरा साला पहले बैठा हुंदा सी, मेरियां ही आइटमां, मेरे सब कुछ, साढ़े तो 10% सस्ता माल देना करना शुरू करता सी। पर वो मैं जवाई आके कहता सी कि गल सुनो डैडी, ये तो अगे मेरे तो 10% सस्ता माल बेच रहा। तो मैं अपने जवाई नूं हमेशा पुछदा सी, बेटे तू अपने जिहड़े सुखमनी साहब दा पाठ सवेरे करके जाना है, तू नितनेम करके जाना है, करके गया है ना, कोई बेईमानी कोई फिर झूठ तो नहीं बोलिया ना। ते क्योंकि बेटे मेरे साला जिहड़ा सी वो गुरु ग्रंथ साहब तो टुट चुका सी, वो चला गया सी, क्योंकि मेरे को काम छड़ के। ते मैं अपने कोल बच्चियां नूं यही काम करदा सी, भाई गुरु नाल जुड़ो, गुरु ने तुहाडे काम करने, मैं कुछ नहीं करना। तो फिर की होया, मेरा जवाई कहता हाँ बाबा जी, डैडी जी मैं पाठ करके जाना वा और मैं कोई झूठ बेईमानी नहीं बोलता। मैं कहा फिक्र ना कर, ये ऑर्डर तेरा ही होएगा, सो तू फिक्र ना कर। और बिल्कुल सच है, आज बिल्कुल आज मेरा जवाई किथे गुरु साहब की कृपा नाल, ते मेरा साला किथे, ये मेरे को लाइव एग्जाम्पल है ने जिंदगी के बच्चों। तुसी अपना काम करी चलो, जो कुछ अगर नुकसान तुहाडा होएगा, जो तुसी बाणी तो टुट जाओगे तो ओदा नुकसान होएगा, जो तुसी गुरु की गल नहीं मनोगे तो ओदा नुकसान होएगा। जिहड़ा कि मेरे साले ने नहीं मनी, क्योंकि मैं उन्होंने कहता सी नितनेम करया कर, उन्होंने चंगा नहीं लगता सी, नितनेम क्यों करिए है, सच क्यों। सो बेटा जी बाबा जी की कृपा है। मेरा ख्याल है कि इस तरह बच्चों समझ आ गई होनी, मेरे सवाल का जवाब मिलता होना है। तुसी करी चलो बेटे, पाठ करी चलो, रिड़की जाओ, एक दिन मक्खन दा निकल आना है बच्चों। बिल्कुल मैं कदी अपनी मम्मी पापा नूं हुण नहीं किया, मैनूं गुरबाणी चों सेध मिल जाती है सारी, हर गल दा जवाब मिल जाता है। वाहिगुरू जी का खालसा, वाहिगुरू जी की फतेह। बहुत धन्यवाद अंकल जी। सो नेक्स्ट क्वेश्चन गगनवीर जी। गगनवीर जी बेनती अगला सवाल जी। भैन जी सुरिंदर कौर जी सवाल का जवाब देंगे जी। एक बच्चे का सवाल है, जदों असीं पॉजिटिव सोचते हाँ तो कुछ भी पॉजिटिव नहीं हुंदा, जद के नेगेटिव हो जाता है। असीं पॉजिटिव सोच के पॉजिटिव किवें कर सकते हाँ जी। वाहिगुरू जी का खालसा, वाहिगुरू जी की फतेह जी। असीं पॉजिटिव हजे सोचते हाँ जी। वाहिगुरू जी, हाँ जी, हाँ जी। ਅਸੀਂ ਅਜੇ ਪੋਜ਼ਿਟਿਵ ਸੋਚਦੇ ਹਾਂ ਜੀ। ਤੇ ਸੋਚਣਾ ਹੋਰ ਗੱਲ ਹੁੰਦੀ ਆ ਕਿ ਮੈਂ ਜਪਜੀ ਸਾਹਿਬ ਦੇ ਅੰਦਰੋਂ ਹੀ ਕੁਝ ਸਿੱਖਿਆ ਤੇ ਕੁਝ ਇਹ ਦੱਸਣਾ ਚਾਹੁੰਦੀ ਆ ਕਿ ਜਪਜੀ ਸਾਹਿਬ ਦੇ ਵਿੱਚ ਜਿਵੇਂ ਇਹਨਾਂ ਨੇ ਕਿਹਾ ਵੀ ਪੋਜ਼ਿਟਿਵ ਸੋਚਦੇ ਹਾਂ, ਪੋਜ਼ਿਟਿਵ ਹੁੰਦਾ ਨਹੀਂ, ਨੈਗੇਟਿਵ ਹੁੰਦਾ ਹੈ, ਤੇ ਉਸਨੂੰ ਪੋਜ਼ਿਟਿਵ ਕਿਵੇਂ ਕਰੀਏ। ਇਹਦਾ ਭਾਵ ਹੈ ਦ੍ਰਿੜਤਾ, ਤੇ ਉਹ ਗੁਰਬਾਣੀ ਪੜ੍ਹ ਕੇ ਦ੍ਰਿੜਤਾ ਬਣਨੀ ਹੈ। ਜਿਵੇਂ ਹੁਣ ਅੰਕਲ ਜੀ ਨੇ ਵੀ ਸਾਨੂੰ ਸਾਰਿਆਂ ਨੂੰ ਸਮਝਾਉਣਾ ਕੀਤਾ ਕਿ ਗੁਰੂ ਨਾਲ ਜੁੜ ਕੇ ਸਾਰੇ ਸਵਾਲਾਂ ਦੇ ਜਵਾਬ ਵੀ ਮਿਲਦੇ ਆ ਤੇ ਦ੍ਰਿੜਤਾ ਵੀ ਆਉਂਦੀ ਆ, ਭਾਵ ਅੰਦਰ ਪੱਕਾ ਹੁੰਦਾ। ਜਿਵੇਂ ਇਹ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਚੰਗਾ ਸੋਚਣਾ ਹੈ, ਸਾਡੀ ਸੋਚ ਹੈ ਜਿਹੜੀ ਪੋਜ਼ਿਟਿਵ ਹੋਣੀ ਚਾਹੀਦੀ ਹੈ, ਪਰ ਉਹ ਹੋਵੇ ਕਿਵੇਂ, ਉਹਦੇ ਤੇ ਸਾਨੂੰ ਪਹਿਰਾ ਦੇਣਾ ਪਵੇਗਾ। ਜਿਵੇਂ ਪਹਿਲਾ ਆਉਂਦਾ ਹੈ ਧਰਮ ਖੰਡ, ਭਾਵ ਸਾਨੂੰ ਪਤਾ ਲੱਗਦਾ ਹੈ ਅਸੀਂ ਇੱਥੇ ਧਰਮ ਕਮਾਉਣ ਆਏ ਹਾਂ, ਤੇ ਉਸ ਤੋਂ ਬਾਅਦ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਸਾਨੂੰ ਗਿਆਨ ਹੁੰਦਾ ਵੀ ਕੀ ਕਰਨਾ ਚਾਹੀਦਾ। ਹੁਣ ਪਤਾ ਇਹ ਗਿਆਨ ਹੋ ਗਿਆ ਵੀ ਸਾਡੀ ਸੋਚ ਹੈ ਪੋਜ਼ਿਟਿਵ ਹੋਣੀ ਚਾਹੀਦੀ ਹੈ, ਤੇ ਇਸ ਤੋਂ ਗਿਆਨ ਪ੍ਰਚੰਡ, ਪ੍ਰਚੰਡ ਦਾ ਭਾਵ ਪੱਕਾ ਦ੍ਰਿੜ ਇਰਾਦਾ। ਤੇ ਜਦੋਂ ਅਸੀਂ ਕਿਸੇ ਵੀ ਕੰਮ ਤੇ ਦ੍ਰਿੜ ਇਰਾਦਾ ਕਰ ਲਿਆ ਤੇ ਫਿਰ ਉਸ ਤੇ ਮਿਹਨਤ ਕਰਨੀ, ਸ਼ਰਮ ਖੰਡ ਮਿਹਨਤ ਕਰਨੀ, ਤੇ ਉਸ ਤੋਂ ਬਾਅਦ ਫਿਰ ਕਰਮ ਖੰਡ, ਵਾਹਿਗੁਰੂ ਦੀ ਬਖਸ਼ਿਸ਼ ਹੈ, ਫਿਰ ਪੋਜ਼ਿਟਿਵ ਹੀ ਹੋਵੇਗਾ। ਪਰ ਇਹ ਅਸੀਂ ਸੋਚਿਆ ਹੀ ਹੈ, ਹਜੇ ਸੋਚਦੇ ਹੀ ਆ, ਭਾਵ ਕਰਦੇ ਨਹੀਂ। ਉਸ ਤੋਂ ਬਾਅਦ ਵੀ ਸਟੈਪ ਹੈ ਜੋ ਗਿਆਨ ਪ੍ਰਚੰਡ ਦਾ ਹੈ ਤੇ ਸ਼ਰਮ ਖੰਡ ਦਾ ਹੈ, ਤੇ ਅੱਗੇ ਵਾਹਿਗੁਰੂ ਦੀ ਬਖਸ਼ਿਸ਼ ਕਰਮ ਖੰਡ ਦਾ ਹੈ। ਜਿਵੇਂ ਸਤਿਗੁਰ ਜੀ ਬਾਣੀ ਦਾ ਫਰਮਾਨ ਰਾਹੀਂ ਸਮਝਾਉਂਦੇ ਆ ਕਿ ਅਣਦਿਨ ਭਗਤ ਹਰ ਨਾਮ ਦ੍ਰਿੜਾਇਆ। ਜਦੋਂ ਦ੍ਰਿੜ ਹੋ ਜਾਂਦਾ ਹੈ, ਪੱਕਾ ਹੋ ਜਾਂਦਾ ਹੈ, ਤਾਂ ਫਿਰ ਸਾਡੀ ਉਹ ਸੋਚ ਹੈ ਨਾ ਜਿਹੜੀ ਗਹਿਰੀ ਹੋ ਜਾਂਦੀ ਹੈ। ਹਜੇ ਤਾਂ ਆਪਾਂ ਉਤਲੇ ਤਲ ਤੋਂ ਸੋਚਦੇ ਹਾਂ ਪੋਜ਼ਿਟਿਵ, ਫਿਰ ਜਦੋਂ ਸੋਚ ਗਹਿਰੀ ਹੋ ਗਈ ਫਿਰ ਉਹ ਪੋਜ਼ਿਟਿਵ ਹੀ ਰਹੂਗੀ, ਉਹ ਨੈਗੇਟਿਵ ਨਹੀਂ ਹੁੰਦੀ ਗੀ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਗੁਰੂ ਦਾ ਉਪਦੇਸ਼ ਦ੍ਰਿੜ ਕਰਨਾ ਹੈ, ਪੱਕਾ ਕਰਨਾ ਹੈ ਸੰਗਤ ਵਿੱਚ ਗੁਰੂ ਨਾਲ ਜੁੜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। बहुत धन्यवाद जी। वीर जी अगला सवाल जी। ये भी भैन जी सुरिंदर कौर जी आप जी आंसर करना जी। गुरुद्वारा ਹਾਂਜੀ क्यों लगाई जाती है, संगत उसनू मत्था क्यों टेकदी है। बच्चे सवाल सी मैं थोड़ा जिहा डिलीट किया हुआ है क्योंकि वो फिर ज्यादा वड्डा हो रहा सी।
ਕਿ ਇੱਕ ਪਾਸੇ ਸਾਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਜੋਤ ਹੈ ਉਹ ਉਸਨੂੰ ਮੱਥਾ ਨਹੀਂ ਟੇਕਣਾ, ਤਾਂ ਬੱਚਿਆਂ ਸਵਾਲ ਸੀ ਫਿਰ ਗੁਰਦੁਆਰਾ ਸਾਹਿਬ ਵਿੱਚ ਜੋਤ ਕਿਉਂ ਲਗਾਈ ਜਾਂਦੀ ਹੈ ਤੇ ਉਸਨੂੰ ਮੱਥਾ ਕਿਉਂ ਟੇਕਿਆ ਜਾਂਦਾ? ਹਾਂਜੀ, ਇਹ ਤੇ ਬਹੁਤ ਵਧੀਆ ਗੱਲ ਹੈ ਕਿ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਅਸੀਂ ਮੱਥਾ ਨਹੀਂ ਟੇਕਣਾ, ਸਾਨੂੰ ਗੁਰੂ ਸਾਹਿਬ ਨੇ ਇਸ ਨੂੰ ਮੱਥਾ ਟੇਕਣ ਨੂੰ ਨਹੀਂ ਕਿਹਾ। ਬਹੁਤ ਵਧੀਆ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਇੰਨਾ ਪਤਾ ਲੱਗ ਗਿਆ। ਨਹੀਂ ਆਮ ਤੇ ਆਪਾਂ ਦੇਖਦੇ ਹਾਂ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਪਹਿਲਾਂ ਗੁਰੂ ਤੋਂ ਪਹਿਲਾਂ ਜੋਤ ਦੇ ਦੁਆਲੇ ਹੀ ਹੁੰਦੀ ਸੰਗਤ, ਕਿ ਉੱਥੇ ਪਤਾ ਨਹੀਂ, ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਹੁੰਦੀ ਕਿ ਦੋਨੋਂ ਹੱਥ ਐ ਕਰਕੇ ਆਪਣੇ ਮੱਥੇ ਨੂੰ ਲਾਉਂਦੇ ਆ, ਅੱਖਾਂ ਨੂੰ ਲਾਉਂਦੇ ਆ। ਜੋਤ ਬੇਟਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇੱਕ ਤਾਂ ਇਹ ਜੋਤ ਹੈ ਜੋ ਅਸੀਂ ਆਪਣੇ ਅੰਦਰ ਹੈ ਉਸ ਨੂੰ ਪ੍ਰਗਟ ਕਰਨਾ ਹੈ। ਗੁਰਸਾਖੀ ਜੋਤ ਪ੍ਰਗਟ ਹੋਏ, ਸਾਰਿਆਂ ਦੇ ਅੰਦਰ ਹੈ ਪਰ ਗੁਰੂ ਦੀ ਸਿੱਖਿਆ ਤੇ ਚੱਲ ਕੇ ਉਸਨੂੰ ਪ੍ਰਗਟ ਕਰਨਾ ਹੈ, ਜਗਾਉਣਾ ਹੈ। ਤੇ ਇੱਕ ਗੁਰੂ ਦਾ ਸ਼ਬਦ ਜੋਤ ਹੈ। ਇੱਕ ਆਪਾਂ ਹਰ ਰੋਜ਼ ਸਾਨੂੰ ਗ੍ਰੰਥੀ ਸਿੰਘ ਦ੍ਰਿੜ ਕਰਵਾਉਂਦੇ ਆ ਕਿ 10 ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ 10 ਪਾਤਸ਼ਾਹੀਆਂ ਦੀ ਜੋਤ ਹੈ। ਤੇ ਜੋ ਜੋਤ ਬਾਹਰੀ ਜੋਤ ਕੀ ਕਰਦੀ ਹੈ? ਚਾਨਣ। ਤੇ ਇਸ ਗੁਰੂ ਜੀ ਦਾ ਫਰਮਾਨ ਹੈ, ਇਸ ਗੁਰਬਾਣੀ ਇਸ ਜਗ ਮਹਿ ਚਾਨਣ। ਇਸ ਜਗ ਦੇ ਵਿੱਚ, ਸੰਸਾਰ ਦੇ ਵਿੱਚ ਕਾਹਦਾ ਚਾਨਣ ਹੈ? ਗੁਰਬਾਣੀ ਦਾ। ਤੇ ਗੁਰੂ ਦਾ ਸ਼ਬਦ ਹੈ ਜਿਹੜਾ ਉਹ ਐਸਾ ਦੀਵਾ ਹੈ ਕਿ ਸਾਡੇ ਅੰਦਰ ਦਾ ਜਿਹੜਾ ਅਗਿਆਨਤਾ ਵਾਲਾ ਹਨੇਰਾ ਉਸ ਨੂੰ ਦੂਰ ਕਰਦਾ ਹੈ। ਸਤਿਗੁਰ ਜੀ ਦਾ ਫਰਮਾਨ ਹੈ, ਸਤਿਗੁਰ ਸ਼ਬਦ ਉਜਾਰੋ ਦੀਪਾ, ਰਤਨ ਕੋਠ ਬਿਨਸਿਓ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਿਹੜਾ ਗੁਰੂ ਦਾ ਸ਼ਬਦ ਹੈ ਉਹੀ ਇੱਕ ਐਸੇ ਚਾਨਣ ਵਾਲਾ ਦੀਵਾ ਹੈ ਜੋ ਅਸੀਂ ਸਾਰਿਆਂ ਨੇ ਲਾਉਣਾ ਹੈ, ਆਪਣੇ ਅੰਦਰ ਜਗਾਉਣਾ ਹੈ। ਗੁਰੂ ਦਾ ਗਿਆਨ ਇਕੱਠਾ ਕਰਨਾ ਹੈ ਤੇ ਫਿਰ ਉਸ ਦੁਆਰਾ ਆਪਣਾ ਜੀਵਨ ਬਣਾਉਣਾ ਹੈ। ਕਿਸੇ ਸਮੇਂ ਇਹ ਜੋਤ ਇੱਕ ਹੋਂਦ ਦਾ ਪ੍ਰਤੀਕ ਵੀ ਸੀ। ਜਿਵੇਂ ਆਪਾਂ ਕਹਿੰਦੇ ਹਾਂ ਕਿ ਚਾਨਣ ਦੇ ਲਈ ਸਾਧਨ ਵੀ ਸੀ, ਕਿਉਂਕਿ ਉਸ ਸਮੇਂ ਲਾਈਟਾਂ ਨਹੀਂ ਸੀ ਤੇ ਘਰਾਂ ਦੇ ਵਿੱਚ ਜਿਹੜੇ ਦੀਵੇ ਬਲਦੇ ਸੀਗੇ ਸਰੋਂ ਦੇ ਤੇਲ ਦੇ ਜਾਂ ਮਿੱਟੀ ਦੇ ਤੇਲ ਦੇ। ਤੇ ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੇਸੀ ਘਿਓ ਦੀ ਜੋਤ ਲਾਈ ਜਾਂਦੀ ਸੀ, ਉਸਨੂੰ ਜੋਤ ਕਿਹਾ ਜਾਂਦਾ ਸੀ। ਚਾਨਣ ਦਾ ਮਕਸਦ ਵੀ ਸੀ ਤੇ ਹੋਂਦ ਦਾ ਵੀ ਸੀ ਕਿ ਜਦੋਂ ਅਬਦਾਲੀ ਵਰਗਿਆਂ ਨੇ ਹਰਮੰਦਰ ਸਾਹਿਬ ਦੇ ਅੰਦਰ ਪਹਿਰਾ ਵੀ ਲਗਾ ਦਿੱਤਾ ਸੀ ਤਾਂ ਉਸ ਸਮੇਂ ਵੀ ਸਿੰਘ ਆਪਣੀ ਜਾਨ ਨੂੰ ਤਲੀ ਤੇ ਧਰ ਕੇ ਅੰਦਰ ਜੋਤ ਜਗਾ ਜਾਂਦੇ ਸੀ ਵੀ ਅਸੀਂ ਹੈਗੇ ਆ ਗੁਰੂ ਦੇ ਅੱਗੇ ਪੈਰੋਕਾਰ, ਅਸੀਂ ਹੈਗੇ ਆ ਅੱਗੇ, ਅਸੀਂ ਚੱਲਣ ਵਾਲੇ ਹੈਗੇ ਆ, ਉਹਨਾਂ ਦੇ ਵਾਰਸ ਹੈਗੇ ਆ। ਤਾਂ ਇਹ ਹੋਂਦ ਦਾ ਪ੍ਰਤੀਕ ਵੀ ਸੀ। ਤੇ ਹੁਣ ਜੇ ਸੱਚ ਪੁੱਛਦੇ ਆ ਤਾਂ ਕਈਆਂ ਥਾਵਾਂ ਤੇ, ਸੌਰੀ ਮੈਨੂੰ ਕਹਿਣਾ ਪੈਣਾ ਵੀ ਕਈਆਂ ਥਾਵਾਂ ਤੇ ਤਾਂ ਘਿਓ ਇਕੱਠਾ ਕਰਨ ਦਾ ਸਾਧਨ ਹੋ ਸਕਦਾ। ਮਕਸਦ ਪੁੱਛਿਆ ਨਾ ਤੁਸੀਂ ਵੀ ਮਕਸਦ ਕੀ ਹੈ? ਮਕਸਦ ਤਾਂ ਹੁਣ ਇਹ ਹੋ ਸਕਦਾ ਵੀ ਘਿਓ ਇਕੱਠਾ ਹੁੰਦਾ ਜੋਤ ਦੇ ਨਾਂ ਤੇ, ਉਹਨਾਂ ਜੋਤ ਵਿੱਚ ਘਿਓ ਲੱਗਦਾ ਨਹੀਂ ਜਿੰਨੀ ਸੰਗਤ ਲੈ ਕੇ ਆਉਂਦੀ ਆ ਕਿ ਅਸੀਂ ਜੋਤ ਵਿੱਚ ਘਿਓ ਪਾਉਣਾ ਹੈ, ਅਸੀਂ ਜੋਤ ਵਿੱਚ ਘਿਓ ਪਾਉਣਾ। ਤੇ ਤੁਸੀਂ ਦੇਖਿਆ ਹੋਵੇਗਾ ਕਿ ਅਲੱਗ ਉੱਥੇ ਇੱਕ ਭਾਂਡਾ ਬਰਤਨ ਵੱਡਾ ਸਾਰਾ ਰੱਖਿਆ ਹੁੰਦਾ ਹੈ ਜਿਸ ਵਿੱਚ ਸੰਗਤ ਹੈ ਜਿਹੜੀ ਘਿਓ ਪਾ ਕੇ ਚਲੀ ਜਾਂਦੀ ਆ। ਤੇ ਹੋਰ ਆਪਾਂ ਜਿਹੜਾ ਜੋਤ ਨੂੰ ਜਗਾਉਣਾ ਹੈ ਆਪਣੇ ਅੰਦਰ, ਗਿਆਨ ਦੀ ਜੋਤ ਨੂੰ ਜਗਾਉਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਗਗਨਵੀਰ ਜੀ ਅਗਲਾ ਸਵਾਲ ਜੀ। ਵਾਈਸੀ ਸਰਬਜੀਤ ਸਿੰਘ ਜੀ ਅਜਨਾਲਾ, ਉਹਨਾਂ ਨੂੰ ਬੇਨਤੀ ਹੈ ਇਸ ਸਵਾਲ ਦਾ ਜਵਾਬ ਦੇਣਗੇ ਜੀ। ਇੱਕ ਬੱਚੇ ਦਾ ਸਵਾਲ ਆਇਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੀਬੀਆਂ ਤੇ ਭਾਈ ਅਲੱਗ-ਅਲੱਗ ਕਿਉਂ ਬੈਠਦੇ ਹਨ? ਵੀਰ ਸਰਬਜੀਤ ਸਿੰਘ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਖਾਲਸਾ ਜੀ। ਵਾਹਿਗੁਰੂ ਜੀ। ਹਾਂਜੀ ਵੀਰ ਜੀ। ਜੀ ਆਵਾਜ਼ ਆ ਰਹੀ ਜੀ? ਹਾਂਜੀ ਆ ਰਹੀ ਹੈ ਜੀ। ਹਾਂਜੀ ਭੈਣ ਜੀ, ਸਵਾਲ ਜੀ, ਗੁਰਦੁਆਰਾ ਸਾਹਿਬ ਵਿੱਚ ਭਾਈ ਅਤੇ ਬੀਬੀਆਂ ਅਲੱਗ ਕਿਉਂ ਬੈਠਦੇ ਹਨ? ਦੇਖੋ ਜੀ, ਇਹ ਕੋਈ ਮਤਲਬ ਐਡਾ ਵੱਡਾ ਇਸ਼ੂ ਨਹੀਂ ਹੈਗਾ ਕਿ ਇਹ ਅਲੱਗ-ਅਲੱਗ ਕਿਉਂ ਬੈਠਦੇ ਆ। ਜਿਹੜੀ ਅਕਾਲ ਤਖ਼ਤ ਤੋਂ ਸਿੱਖ ਰਹਿਤ ਮਰਿਆਦਾ ਪੰਥ ਪ੍ਰਮਾਣਿਤ ਆ, ਉਹਦੇ ਵਿੱਚ ਵੀ ਇਸ ਗੱਲ ਦਾ ਜਿਹੜਾ ਇਹ ਉਹ ਸਪਸ਼ਟ ਕੀਤਾ ਇਹ ਗੱਲ ਨੂੰ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਣਾ ਹੈ, ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ, ਔਰ ਜਿੱਥੇ ਸਾਨੂੰ ਜਗ੍ਹਾ ਮਿਲਦੀ ਹੈ ਜੀ, ਅਸੀਂ ਨਮਸਕਾਰ ਕਰਕੇ ਆਰਾਮ ਦੇ ਨਾਲ ਉੱਥੇ ਬੈਠ ਜਾਣਾ ਜੀ। ਦੂਸਰੀ ਬਾਣੀ ਦੇ ਵਿੱਚ ਵੀ ਆਉਂਦਾ ਜੀ, ਇੱਥੇ ਔਰਤ ਮਰਦਾ ਸਾਜੇ
ये सब रूप तुम्हारे। ये सारे ਇਹਦੇ ਵਿੱਚ ਜੇ ਕੋਈ ਕਿ ਔਰਤਾਂ ਨੂੰ ਲੱਗ ਬਿਠਾਇਆ ਸਮੇਂ ਦੇ ਮੁਤਾਬਕ ਕਿ ਹੋ ਸਕਦਾ ਕਿ ਕੋਈ ਅਸ਼ਲੀਲ ਘਟਨਾ ਜਿਹੜੀ ਉਹ ਨਾ ਵਾਪਰੇ, ਇਸ ਕਰਕੇ ਜਿਹੜਾ ਜਾਂ ਮਰਦਾਂ ਵਿੱਚ ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ ਕਿ ਬੀਬੀਆਂ ਨੂੰ ਅਲੱਗ ਬਿਠਾਉਣਾ ਤੇ ਮਰਦਾਂ ਨੂੰ ਅਲੱਗ ਬਿਠਾਉਣਾ ਹੈ। ਕਿਉਂਕਿ ਗੁਰੂ ਮਹਾਰਾਜ ਦੇ ਸਾਨੂੰ ਇਹ ਚੀਜ਼ ਵੀ ਇਕੱਠੇ ਬੈਠਾਂਗੇ ਸਾਡੀ ਜਿਹੜੀ ਆ ਉਹ ਸੰਦੇਸ਼ ਨੂੰ ਭਾਈ ਭੈਣ ਦਾ ਜਿਹੜਾ ਉਹ ਰਿਸ਼ਤਾ ਵਾਹਿਗੁਰੂ ਵੀਰ ਜੀ, ਆਪ ਟੈਕਨੀਕਲ ਐਰਰ ਕਰਕੇ ਆਵਾਜ਼ ਜਿਹੜੀ ਉਹ ਠੀਕ ਨਹੀਂ ਆ ਰਹੀ। ਹਾਂਜੀ ਭੈਣ ਜੀ, ਹਾਂਜੀ ਭੈਣ ਜੀ, ਹੁਣ ਦੱਸੋ ਜੀ, ਦੁਬਾਰਾ ਰਿਪੀਟ ਕਰਾਂ ਜੀ? ਹਾਂਜੀ ਵੀਰ ਜੀ, ਲਾਸਟ ਜਿਹੜੀਆਂ 2-3 ਲਾਈਨ ਸੀ ਪਲੀਜ਼ ਦੁਬਾਰਾ ਰਿਪੀਟ ਕਰ ਦਿਓ ਜੀ। ਹਾਂਜੀ, ਮੈਂ ਇਹ ਕਹਿ ਰਿਹਾ ਸੀਗਾ ਜੀ, ਹੋ ਸਕਦਾ ਜੀ ਇਹ ਕੋਈ ਐਡਾ ਵੱਡਾ ਇਸ਼ੂ ਨਹੀਂ ਹੈਗਾ ਜੀ ਕਿ ਗੁਰਦੁਆਰੇ ਦੇ ਵਿੱਚ ਇਸਤਰੀਆਂ ਨੇ ਅਲੱਗ ਬੈਠਣਾ ਹੈ ਤਾਂ ਮਰਦਾਂ ਨੇ ਅਲੱਗ ਬੈਠਣਾ ਹੈ। ਕਿਉਂ ਕਰਕੇ ਜਦੋਂ ਅਸੀਂ ਇਕੱਠੇ ਬੈਠਦੇ ਹਾਂ ਗੁਰਦੁਆਰੇ ਦੇ ਵਿੱਚ ਤੇ ਸਾਡੇ ਵਿੱਚ ਇੱਕ ਆਪਣੇ ਆਪ 'ਚ ਭਾਈ ਵਾਲਾ ਜਿਹੜਾ ਰਿਸ਼ਤਾ ਹੈ ਉਹ ਕਾਇਮ ਹੁੰਦਾ ਜੀ। ਸਾਡੇ ਵਿੱਚ ਤੇ ਪਿਆਰ ਜਿਹੜਾ ਉਹ ਵੱਧਦਾ ਹੈ। ਇਹ ਕਈ ਇਲਾਕਿਆਂ ਦੇ ਵਿੱਚ, ਕਈ ਸ਼ਹਿਰਾਂ ਦੇ ਵਿੱਚ ਇਸ ਕਾਰਨ ਕਰਕੇ ਬੀਬੀਆਂ ਨੂੰ ਅਲੱਗ ਕੀਤਾ ਹੋਵੇ, ਭਾਈਆਂ ਨੂੰ ਅਲੱਗ ਕੀਤਾ ਹੋਵੇ, ਉਹ ਤਾਂ ਕਿ ਕੋਈ ਅਸ਼ਲੀਲ ਘਟਨਾ ਨਾ ਵਾਪਰੇ ਜੀ। ਇਸ ਕਰਕੇ ਹੋ ਸਕਦਾ ਹੈ। ਵੈਸੇ ਇਹਦੇ ਵਿੱਚ ਸਿੱਖ ਧਰਮ ਵਿੱਚ ਜਾਂ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਔਰਤਾਂ ਨੂੰ ਅਲੱਗ ਬਿਠਾਉਣਾ ਹੈ ਤੇ ਪੁਰਸ਼ਾਂ ਨੂੰ ਅਲੱਗ ਬਿਠਾਉਣਾ ਜੀ। ਇੱਥੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ। ਇਹ ਸਾਰੇ ਗੁਰੂ ਮਹਾਰਾਜ ਨੇ ਸਾਜੇ ਹੋਏ ਨੇ ਗੇ, ਇਸਤਰੀ ਵੀ ਆ, ਪੁਰਸ਼ ਵੀ ਆ, ਤੇ ਭਾਈ ਬਣ ਕੇ ਜਿਹੜਾ ਹੈ ਉਹ ਗੁਰੂ ਦਰਬਾਰ ਵਿੱਚ ਬੈਠਾ ਜੀ। ਹਾਂਜੀ, ਬਹੁਤ ਧੰਨਵਾਦ ਜੀ। ਸੋ ਮੇਨ ਕਾਰਨ ਜੇਕਰ ਦੇਖੀਏ ਤਾਂ ਜੋ ਸਾਡੀ ਸਮਝ ਦੇ ਵਿੱਚ ਆਉਂਦਾ ਇਹੀ ਆ ਜਾਂਦਾ ਹੈ। ਅਗਰ ਇਹਨੂੰ ਸਿੰਪਲ ਲੈਂਗੁਏਜ ਦੇ ਵਿੱਚ ਕਰਨਾ ਹੋਵੇ ਤਾਂ ਕਿ ਸਾਡਾ ਕਿਤੇ ਵੀ ਹੋਰ ਧਿਆਨ ਨਾ ਭਟਕੇ। ਜਿੱਦਾਂ ਅਸੀਂ 5 ਚੋਰਾਂ ਦੀ ਗੱਲ ਕਰਦੇ ਹਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਏਦਾਂ ਦਾ ਕੋਈ ਵੀ ਵਿਕਾਰ ਸੰਗਤ ਦੇ ਵਿੱਚ ਸਾਨੂੰ ਪਹੁੰਚ ਨਾ ਸਕੇ। ਇਸ ਕਰਕੇ ਜੋ ਇਹ ਅਲੱਗ-ਅਲੱਗ ਬਿਠਾਇਆ ਜਾਂਦਾ ਉਹਨੂੰ ਸਿੰਪਲ ਭਾਸ਼ਾ ਵਿੱਚ, ਸੋ ਬੱਚਿਆਂ ਦੇ ਸਮਝਣ ਲਈ ਇਹ ਵੀ ਇੱਕ ਪੁਆਇੰਟ ਹੋ ਸਕਦਾ ਹੈ ਜੀ। ਸੋ ਅਗਲਾ ਸਵਾਲ ਹੈ ਜੀ ਵੀਰ ਸਰ ਆਪ ਜੀ ਦੇ ਪਹਿਲੇ ਪਾਤਸ਼ਾਹ ਜੀ ਨੇ ਜਨੇਊ ਪਾਣਾ ਕਰ ਦਿੱਤਾ, ਪਰ ਨੌਵੇਂ ਪਾਤਸ਼ਾਹ ਜੀ ਨੇ ਜਨੇਊ ਨੂੰ ਬਚਾਉਣ ਲਈ ਸ਼ਹੀਦੀ ਦੇ ਦਿੱਤੀ। ਕਿਉਂਕਿ ਦੋਨੋਂ ਚੀਜ਼ਾਂ ਆਪੋਜ਼ਿਟ ਨੇ, ਇਸ ਕਰਕੇ ਬੱਚੇ ਨੇ ਸਵਾਲ ਪੁੱਛਿਆ ਜੀ। ਬਹੁਤ ਵਧੀਆ ਸਵਾਲ ਹੈ ਜੀ ਇਹ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸੀਗਾ ਜਨੇਊ ਪਾਉਣ ਤੋਂ ਕਿਉਂ ਨਾ ਕੀਤੀ ਸੀਗੀ? ਗੁਰੂ ਨਾਨਕ ਪਾਤਸ਼ਾਹ ਨੇ ਜੋ ਜਨੇਊ ਪਾਉਣ ਲੱਗਾ ਪਾਂਡਾ, ਤੇ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਤੁਸੀਂ ਮੇਰੀ ਇਹ ਭੈਣ ਨੂੰ ਕਿਉਂ ਨਹੀਂ ਪਾਇਆ? ਇਹ ਵੈਸੇ ਕੈਂਪ ਦੇ ਵਿੱਚ ਕਾਫੀ ਯਾਰ ਬਹੁਤ ਵਧੀਆ ਤਰੀਕੇ ਦੇ ਨਾਲ ਮੇਰੇ ਤੋਂ ਪਹਿਲਾਂ ਜਿਹੜਾ ਇਹ ਬੜੇ ਵਧੀਆ ਸੂਝਵਾਨ ਵਿਦਵਾਨ ਜਿਹੜੇ ਨੇ ਇਸ ਦਾ ਆਨਸਰ ਜਿਹੜਾ ਉਹ ਦੇ ਚੁੱਕੇ ਨੇਗੇ। ਫਿਰ ਮੈਂ ਆਪਣੇ ਜਿੰਨੀ ਕੁ ਮੈਨੂੰ ਸਮਝਿਆ ਉਹਦੇ ਮੁਤਾਬਿਕ ਜੀ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਾਂਡੇ ਨੂੰ ਕਿਹਾ ਕਿ ਤੁਸੀਂ ਮੇਰੇ ਨਾਲੋਂ ਮੇਰੀ ਬੇਬੇ ਨਾਨਕੀ ਜਿਹੜੀ ਭੈਣ ਜਿਹੜੀ ਆ ਉਹ 5 ਸਾਲ ਵੱਡੀ ਆ, ਤੇ ਤੁਸੀਂ ਉਹਨੂੰ ਕਿਉਂ ਨਹੀਂ ਸੀ ਪਾਇਆ? ਉਹਨੂੰ ਪਾਉਂਦੇ ਪਹਿਲਾਂ ਤੇ ਫਿਰ ਮੈਂ ਵੀ ਪਾ ਲੈਂਦਾ ਜੀ। ਇਹਦੇ ਸ਼ਾਰਟਕਟ 'ਚ ਇਹਨੂੰ ਸੰਖੇਪ 'ਚ ਲੈ ਕੇ ਚੱਲੀਏ ਜੀ। ਇਹ ਜਿਹੜਾ ਸੀਗਾ ਜਨੇਊ ਸੀਗਾ, ਇਹ ਸਿਰਫ 3 ਜਣਿਆਂ ਲਈ ਬਣਿਆ ਸੀਗਾ। ਇੱਕ ਇਹਨੂੰ ਬ੍ਰਾਹਮਣ ਪਾ ਸਕਦਾ ਸੀਗਾ, ਖੱਤਰੀ ਪਾ ਸਕਦਾ ਸੀਗਾ, ਤੇ ਵੈਸ ਪਾ ਸਕਦਾ ਸੀ। ਇਹ ਇਸਤਰੀ ਲਈ ਨਹੀਂ ਸੀਗਾ ਤੇ ਇਹ ਸ਼ੂਦਰ ਲਈ ਨਹੀਂ ਸੀਗਾ। ਗੁਰੂ ਨਾਨਕ ਪਾਤਸ਼ਾਹ ਨੇ ਸੋ ਇਹ ਕਰਮ ਕਰਕੇ ਜਿਹੜੀ ਸੀ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਚੋੜ ਸੀਗੀ ਕਿ ਸਭ ਨੂੰ ਇੱਕ ਬਰਾਬਰਤਾ ਦੇ ਸੀਗੀ। ਗੁਰੂ ਨਾਨਕ ਪਾਤਸ਼ਾਹ ਜੀ ਜਾਂ ਸਿੱਖ ਧਰਮ ਕਹਿ ਲਈਏ ਇੱਕ ਮਾਨਵਤਾ ਦੇ ਪੈਗੰਬਰ ਕਿ ਸਭ ਨੂੰ ਬਰਾਬਰ ਰੱਖਣਾ, ਸਾਰਿਆਂ ਨੂੰ ਇੱਕੋ ਜਿਹਾ ਦੇਖਣਾ ਔਰ ਸਮਾਜ ਲਈ ਚੰਗੇ ਕਾਰਜ ਕਰਨੇ। ਤੇ ਗੁਰਬਾਣੀ 'ਚ ਆਉਂਦਾ ਹੈ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਇੱਥੇ ਕੋਈ ਵੱਡਾ ਨਹੀਂ ਆ, ਕੋਈ ਛੋਟਾ ਨਹੀਂ ਗਾ, ਸਭ ਬਰਾਬਰ ਨੇ। ਹੁਣ ਅੱਗੇ ਇਹ ਸਵਾਲ ਹੈ ਕਿ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਨੇਊ ਕਿਉਂ ਸ਼ਹਾਦਤ ਦਿੱਤੀ? ਇਹ ਤਾਂ ਵੈਸੇ ਸਵਾਲ ਏਦਾਂ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਨੇਊ ਵਾਸਤੇ ਸ਼ਹਾਦਤ ਨਹੀਂ ਦਿੱਤੀ। ਗੁਰੂ ਮਹਾਰਾਜ ਨੇ ਇਨਸਾਨੀਅਤ ਵਾਸਤੇ
ਗੁਰੂ ਮਹਾਰਾਜ ਨੇ ਮਾਨਵਤਾ ਦੀ ਭਲਾਈ ਲਈ ਗੁਰੂ ਮਹਾਰਾਜ ਨੇ ਸਭ ਨੂੰ ਬਰਾਬਰ ਇੱਕ ਉਹਨਾਂ ਦੇ ਜ਼ੁਲਮ ਹੋ ਰਿਹਾ ਸੀਗਾ, ਜ਼ੁਲਮ ਨੂੰ ਠੱਲ ਪਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜੀ ਉਹ ਸ਼ਹਾਦਤ ਦਿੱਤੀ ਸੀਗੀ, ਨਾ ਕਿ ਜਨੇਊ ਵਾਸਤੇ ਦਿੱਤੀ ਸੀਗੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੇ ਸ਼ਹਾਦਤ ਦਿੱਤੀ ਸੀਗੀ ਤਾਂ ਉਹ ਸਿਰਫ ਇਸ ਲਈ ਦਿੱਤੀ ਸੀਗੀ ਕਿ ਜ਼ੁਲਮ ਨੂੰ ਠੱਲ ਪਾਈ ਜਾਵੇ ਤੇ ਇਹ ਇੰਨਾ ਔਰੰਗਜ਼ੇਬ ਹੱਤਿਆ ਕਰ ਰਿਹਾ ਸੀਗਾ ਤੇ ਕਾਬੂ ਪਾਇਆ ਜਾਵੇ ਜੀ। ਸੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਾਂ ਅੱਜ ਵੀ ਸਿੱਖ ਧਰਮ ਦੀ ਤਾਂ ਇਹੀ ਵਿਸ਼ੇਸ਼ਤਾ ਹੈ, ਅਵੜ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਥੇ ਤਾਂ ਗੁਰੂ ਘਰ ਵਿੱਚ ਸਿੱਖ ਧਰਮ ਵਿੱਚ ਤਾਂ ਸਭ ਬਰਾਬਰ ਨੇ, ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਹੈ। ਇੱਥੇ ਤਾਂ ਸਿੱਖ ਦਾ ਵੀ ਅੱਜ ਵੀ ਤੁਸੀਂ ਦੇਖਦੇ ਹੋਵੋਗੇ ਕਿ ਜੇ ਕਿਸੇ ਤੇ ਕੋਈ ਅਤਿਆਚਾਰ ਹੋ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਅੱਗੇ ਕੌਣ ਆਊਗਾ? ਸਿੱਖ ਆਊਗਾ। ਜੇ ਕਿਸੇ ਤੇ ਕੋਈ ਵੀ ਮਾਰੂ ਹਮਲਾ ਹੋ ਰਿਹਾ ਹੈ, ਅਤਿਆਚਾਰ ਹੋ ਰਿਹਾ ਤੇ ਸਭ ਤੋਂ ਪਹਿਲਾਂ ਕੌਣ ਆਊਗਾ? ਸਿੱਖ ਆਊਗਾ। ਆਪਾਂ ਅਰਦਾਸ ਚ ਵੀ ਪੜ੍ਹਦੇ ਹਾਂ, ਲਾਸਟ ਤੇ ਇੱਕ ਪੰਕਤੀ ਪੜ੍ਹਦੇ ਹਾਂ, ਸਹੀ ਪਿਆਰੇ ਮੇਲੀ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਧਰਮ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਸਰਬੱਤ ਦਾ ਭਲਾ ਮੰਗਣ ਵਾਲਾ ਹੈ, ਮਾਨਵਤਾ ਲਈ ਔਰ ਸਮਾਜ ਦੇ ਸੁਧਾਰ ਲਈ ਆਪਣਾ ਕੀ ਯੋਗਦਾਨ ਪਾ ਸਕਦਾ ਹੈ। ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਤਾ ਲੱਗਦਾ ਹੈ ਕਿ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਮਾਨਵਤਾ ਦੀ ਭਲਾਈ ਲਈ ਕਾਰਜ ਕਰਨੇ। ਜਿੱਦਾਂ ਆਪਾਂ ਭਾਈ ਜਸਵਿੰਦਰ ਸਿੰਘ ਜੀ ਜਿਸ ਤਰ੍ਹਾਂ ਜੋ ਕਾਰਜ ਨਿਭਾ ਰਹੇ ਨੇ, ਸਾਰਿਆਂ ਦੀ ਸੇਵਾ ਕਰ ਰਹੇ ਨੇ, ਸਮਾਜ ਦੀ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ, ਲੋੜਵੰਦ ਬੱਚਿਆਂ ਦੀ ਪੜ੍ਹਾਈ ਕਰਾ ਰਹੇ ਨੇ। ਇਸ ਤਰ੍ਹਾਂ ਯੋਗਦਾਨ ਜਿਹੜਾ ਹੈ ਉਹ ਕਿਸ ਤਰ੍ਹਾਂ ਅਸੀਂ ਸਮਾਜ ਦੇ ਵਿੱਚ ਪਾ ਸਕਦੇ ਹਾਂ, ਕੋਈ ਕਿਸੇ ਤਰ੍ਹਾਂ ਪਾ ਰਿਹਾ, ਕੋਈ ਕਿਸ ਤਰ੍ਹਾਂ ਪਾ ਰਿਹਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੋ ਇਹ ਜਦ ਜ਼ੁਲਮ ਹੋ ਰਿਹਾ ਸੀ ਉਸ ਨੂੰ ਠੱਲ ਪਾਉਣ ਵਾਸਤੇ ਸ਼ਹੀਦੀ ਦਿੱਤੀ ਸੀਗੀ ਜੀ। ਮੈਂ ਕੁਛ ਗਲਤ ਕਹਿ ਗਿਆ ਵਾਂ ਜਾਂ ਕੁਛ ਵੱਧ ਬੋਲ ਗਿਆ, ਉਸ ਲਈ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਬਹੁਤ ਧੰਨਵਾਦ ਜੀ। ਸੋ ਮੇਨ ਗੱਲ ਹੈ ਕਿ ਜੋ ਸਿੱਖ ਧਰਮ ਹੈ ਉਹ ਵਹਿਮਾਂ ਭਰਮਾਂ ਚ ਨਹੀਂ ਪੈਂਦਾ, ਇਸ ਕਰਕੇ ਜਿੰਨੇ ਉਹ ਨਹੀਂ ਪਾਇਆ ਗਿਆ, ਪਰ ਉਹ ਕਿਸੇ ਦਾ ਧੱਕਾ ਵੀ ਨਹੀਂ ਸਹਿੰਦਾ ਤੇ ਨਾ ਕਿਸੇ ਤੇ ਧੱਕਾ ਹੋਣ ਦਿੰਦਾ ਹੈ। ਤੇ ਜਦੋਂ ਹਿੰਦੂਆਂ ਤੇ ਧੱਕਾ ਹੋ ਰਿਹਾ ਸੀ ਉਸ ਵੇਲੇ ਮਾਨਵਤਾ ਦੇ ਲਈ ਗੁਰੂ ਜੀ ਅੱਗੇ ਆਏ। ਸੋ ਬਹੁਤ ਧੰਨਵਾਦ ਵੀਰ ਜੀ ਦਾ। ਅਗਲਾ ਸਵਾਲ ਦੇ ਜਵਾਬ ਜਿਹੜਾ ਵੀਰ ਬਹਾਦਰ ਸਿੰਘ ਜੀ ਦੇਣਗੇ ਜੀ ਕਿ ਖਾਲਸਾ ਤਾਂ ਵੰਡੀਆਂ ਵਿੱਚ ਵਿਸ਼ਵਾਸ ਨਹੀਂ ਰੱਖਦਾ, ਇੱਕ ਬੱਚੇ ਦਾ ਸਵਾਲ ਹੈ, ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਖਾਲਸੇ ਵਿੱਚ ਵੰਡੀਆਂ ਪਈਆਂ ਕਿਉਂ ਤੇ ਕਿਵੇਂ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਆ ਰਹੀ ਹੈ ਭੈਣ ਜੀ? ਹਾਂਜੀ ਆ ਰਹੀ ਵੀਰ ਜੀ। ਭੈਣ ਜੀ ਦਾ ਆਨਸਰ ਇਹ ਹੈ ਕਿ ਬੱਚਿਓ ਬੇਟੇ ਸਾਰੇ ਸੁਣਿਓ ਧਿਆਨ ਨਾਲ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਕਬਚਲ ਨਗਰ ਨੰਦੇੜ, ਜਿਹਨੂੰ ਆਪਾਂ ਅੱਜ ਹਜੂਰ ਸਾਹਿਬ ਕਹਿੰਦੇ ਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ 5 ਸਿੰਘ ਨਾਲ ਲੈ ਕੇ ਪੰਜਾਬ ਵੱਲ ਨੂੰ ਆਉਂਦੇ ਨੇ, ਤਾਂ ਇਹ ਦੋ ਗਰੁੱਪ ਸੀ ਬੇਟੇ ਉਸ ਵੇਲੇ ਜਿਹੜੇ ਬਣੇ ਆ। ਇੱਕ ਤਤ ਖਾਲਸਾ ਸੀ, ਇੱਕ ਬੰਦਈ ਖਾਲਸਾ ਸੀ। ਬੰਦਈ ਖਾਲਸਾ ਉਹ ਸੀ ਜਿਹੜੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੀ ਜੀ। ਤਤ ਖਾਲਸਾ ਉਹ ਸੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੋਧੀ ਸੀਗੇ। ਜਿਵੇਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਵੱਲ ਵੱਧਦੇ ਆਏ, ਦਿੱਲੀ ਤੋਂ ਸਮਾਣਾ, ਸਰਹੰਦ, ਤਾਂ ਉਹ ਜਿਹੜਾ ਦੂਸਰਾ ਗਰੁੱਪ ਸੀ ਉਹ ਵੀ ਵੱਧਦਾ ਗਿਆ। ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਮਜ਼ੋਰ ਕਰਨ ਲਈ ਜਾਂ ਉਹਨਾਂ ਦਾ ਵਿਰੋਧ ਕਰਨ ਲਈ ਉਹ ਸਿੱਖਾਂ ਦੇ ਰੂਪ ਵਿੱਚ ਜਿਹੜਾ ਤਤ ਖਾਲਸਾ ਗਰੁੱਪ ਸੀਗਾ ਉਹ ਸ਼ਾਮਲ ਹੋਇਆ। ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਵਿਰੋਧ ਕਰਦਾ ਸੀਗਾ ਤੇ ਨਾਲ ਇਹ ਵੀ ਬਦਨਾਮ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਉਹਨਾਂ ਨੂੰ ਵਹਿਮ, ਮਤਲਬ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਨਾ ਕੀਤਾ ਸੀ ਵੀ ਤੂੰ ਵਿਆਹ ਨਾ ਕਰਵਾਈ। ਇਸ ਕਰਕੇ ਇਹ ਇੱਕ ਮਿਥਿਹਾਸਕ ਕਹਾਣੀ ਵੀ ਪ੍ਰਚਲਿਤ ਹੋ ਗਈ ਵੀ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਜਿਹੜਾ ਮੂੰਹ ਹੈ ਕਲੇਜਾ ਕੱਢ ਕੇ ਉਹਦੇ ਮੂੰਹ ਵਿੱਚ ਇਸ ਲਈ ਪਾਇਆ ਗਿਆ ਕਿ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੂੰ ਵਿਆਹ ਨਾ ਕਰਾਈ। ਇਹ ਝੂਠੀ ਗੱਲ ਫੈਲਾਈ ਗਈ ਬੇਟੇ ਬਾਬਾ ਬੰਦਾ ਸਿੰਘ ਬਹਾਦਰ ਲਈ, ਜਦ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਆਪ ਪਰਿਵਾਰ ਵਾਲੇ ਨੇ, ਬੱਚਿਆਂ ਵਾਲੇ ਨੇ। ਇਸ ਕਰਕੇ ਸਿੱਖ ਉਸ ਵੇਲੇ ਜਿਹੜੇ ਸਿੱਖਾਂ ਦੀ ਚੜ੍ਹਦੀ ਕਲਾ ਸੀ ਉਹਨਾਂ ਨੂੰ ਕਮਜ਼ੋਰ ਕਰਨ ਲਈ ਉਹਦੇ ਵਿੱਚ ਘੁਸਪੈਠ ਕੀਤੀ। ਇਸ ਕਰਕੇ ਵਿਰੋਧੀ ਧੜਾ ਸੀਗਾ ਭੈਣ ਜੀ। ਜੀ ਬਹੁਤ ਧੰਨਵਾਦ ਜੀ।
पर ਜਿਹੜੀ ਬਹੁਤ ਵਧੀਆ ਵੀਰ ਜੀ ਨੇ ਗੱਲ ਦੱਸੀ। ਔਰ ਦੂਸਰਾ ਹੋਪਫੁਲੀ ਕਿ ਜਿਹੜੇ ਬੱਚੇ ਨੇ ਸਵਾਲ ਪੁੱਛਿਆ ਉਹਦਾ ਕਲੀਅਰ ਹੋ ਗਿਆ ਹੋਏਗਾ। ਕਿਸੇ ਨੇ ਵੀ ਵੰਡੀਆਂ ਨਹੀਂ ਪਾਈਆਂ, ਵੰਡੀਆਂ ਹਮੇਸ਼ਾ ਵਿਰੋਧੀਆਂ ਨੇ ਪਾਈਆਂ ਨੇ। ਔਰ ਇਹ ਦਿਖਾਉਣ ਦੇ ਲਈ ਜਿਵੇਂ ਅੱਜ ਵੀ ਵੰਡੀਆਂ ਪਾਈਆਂ ਜਾਂਦੀਆਂ, ਕੋਈ ਕਹਿੰਦਾ ਹੈ ਕਿ ਇਹ ਵਾਲੀ ਬਾਣੀ ਪੜ੍ਹੀਏ, ਕੋਈ ਕਹਿੰਦਾ ਨਾ ਪੜ੍ਹੀਏ, ਕੋਈ ਕਹਿੰਦਾ ਇੰਨੇ ਵਜੇ ਕਰੀਏ, ਕੋਈ ਕਹਿੰਦਾ ਇੰਨੇ ਵਜੇ ਕਰੀਏ। ਸੋ ਅਸੀਂ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਕੇਵਲ ਤੇ ਕੇਵਲ ਜੋ ਸਿੱਖ ਰਹਿਤ ਮਰਿਆਦਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਉਸ ਗੁਰੂ ਸਾਹਿਬ ਜੀ ਦੇ ਜੋ ਵੀ ਬਚਨ ਨੇ, ਜੋ ਇਤਿਹਾਸ ਹੈ, ਉਹਦੇ ਉੱਪਰ ਚੱਲਦੇ ਹੋਏ ਅਸੀਂ ਆਪਣੇ ਜੀਵਨ ਨੂੰ ਬਿਤਾਣਾ ਜੀ। ਅਗਲਾ ਸਵਾਲ ਵੀਰ ਜੀ। ਗਗਨਵੀਰ ਜੀ ਅਗਲਾ ਸਵਾਲ ਜੀ। ਹਾਂਜੀ, ਇਹਦਾ ਵੀ ਜਵਾਬ ਵੀਰ ਬਹਾਦਰ ਸਿੰਘ ਜੀ ਦੇਣਗੇ ਜੀ। ਜੇਕਰ ਕਿਸਮਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਤਾਂ ਜਿਹੜਾ ਮਨੁੱਖ ਦਿਨ ਰਾਤ ਮਿਹਨਤ ਕਰਦਾ ਹੈ, ਬਾਣੀ ਪੜ੍ਹਦਾ ਹੈ, ਨਾਮ ਜਪਦਾ ਹੈ, ਫਿਰ ਵੀ ਉਹ ਗਰੀਬ ਕਿਉਂ ਰਹਿੰਦਾ ਹੈ? ਜੀ ਭੈਣ ਜੀ, ਇੱਕ ਮੈਂ ਥੋੜਾ ਜਿਹਾ ਵੀਰ ਸਰਬਜੀਤ ਸਿੰਘ ਨੇ ਇੱਕ ਆਨਸਰ ਦਿੱਤਾ ਸੀ, ਉਹਦੇ ਵਿੱਚ ਐਡ ਕਰਨਾ ਚਾਹੁੰਦਾ ਮੈਂ ਥੋੜਾ ਜਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਇਆ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਉਂ ਪਾਇਆ? ਗੁਰੂ ਤੇਗ ਬਹਾਦਰ ਸਾਹਿਬ ਦਾ ਹੀ ਬਚਨ ਹੈ ਜੀ, ਇਹ ਗੁਰੂ ਸਾਹਿਬ ਆਪ ਹੀ ਬਾਣੀ ਚ ਕਲੀਅਰ ਕਰਦੇ ਨੇ। ਤੁਸੀਂ ਪਲੀਜ਼ ਇਹਦੀ ਸ਼ੇਅਰ ਵੀ ਕਰ ਦਿਓ ਜੀ ਪੰਕਤੀ ਨੂੰ। ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ। ਵੀ ਸਿੱਖ ਡਰਦਾ ਵੀ ਨਹੀਂ, ਸਿੱਖ ਡਰਾਉਂਦਾ ਵੀ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਚੈਲੰਜ ਕਬੂਲ ਕੀਤਾ ਵੀ ਜੇ ਤੂੰ ਇਹ ਜਨੇਊ ਮੇਰੇ ਧੱਕੇ ਨਾਲ ਪਾਉਣਾ, ਮੈਨੂੰ ਗੁਲਾਮ ਕਰਨਾ ਚਾਹੁੰਦਾ, ਮੈਂ ਕਦੇ ਵੀ ਗੁਲਾਮੀ ਨਹੀਂ ਪ੍ਰਵਾਨ ਕਰਾਂਗਾ। ਨਾ ਪਾਉਣ ਦਾ ਗੁਰੂ ਸਾਹਿਬ ਦਾ ਇਹ ਉਦੇਸ਼ ਸੀ ਜੀ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਨੇਊ ਪਾਉਣਾ ਆਦੇਸ਼ ਇਹ ਸੀ ਵੀ ਬੇਸ਼ੱਕ ਵੀਰ ਜੀ ਆਣਾ ਨਹੀਂ, ਮਤਲਬ ਰੋਕਣਾ ਕਿ ਉਹ ਧੱਕੇ ਨਾਲ ਨਾ ਲਾਣ। ਮੇਰੇ ਖਿਆਲ ਥੋੜਾ ਗਲਤ ਬੋਲਿਆ ਗਿਆ ਜੀ, ਸੌਰੀ। ਹਾਂਜੀ ਹਾਂ, ਵੀ ਉਹ ਮਤਲਬ ਕਿ ਵੀ ਨਾ ਧੱਕੇ ਨਾਲ ਰੋਕਣ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਲਈ ਜਨੇਊ ਦੀ ਰਾਖੀ ਲਈ ਨਹੀਂ, ਅਸਲ 'ਚ ਜੀ ਉਹਨਾਂ ਦੀ ਸ਼ਹਾਦਤ ਹੋਈ, ਉਹਨਾਂ ਦੀ ਜ਼ੁਲਮ ਦੇ ਵਿਰੁੱਧ ਸ਼ਹਾਦਤ ਹੋਈ ਹੈ। ਜੇ ਇਹੀ ਧੱਕਾ ਉਸ ਵੇਲੇ ਜੀ ਜਿਹੜੀ ਹਾਕਮ ਧਿਰ ਸੀ, ਇਸਲਾਮ ਧਰਮ, ਮੁਸਲਮਾਨ ਜਿਹੜੇ ਉਸ ਵੇਲੇ ਅਤਿਆਚਾਰ ਕਰਦੇ ਸੀ, ਜੇ ਉਹਨਾਂ ਨੇ ਧੱਕਾ ਕੀਤਾ ਜੀ, ਉਸ ਵੇਲੇ ਹਿੰਦੂ ਵੀਰ ਉਸ ਵੇਲੇ ਦੇ ਧੱਕਾ ਕਰਦੇ ਤਾਂ ਗੁਰੂ ਸਾਹਿਬ ਨੇ ਉਧਰ ਖੜ ਜਾਣਾ ਸੀ। ਇਸ ਕਰਕੇ ਇਹ ਗੱਲ ਇੱਕ ਪ੍ਰਚਲਿਤ ਹੋ ਗਈ। ਬੱਚਿਓ ਪਲੀਜ਼ ਇਸ ਵਿਸ਼ੇਸ਼ ਨੋਟ ਕਰਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਨਹੀਂ, ਮਨੁੱਖਤਾ ਦੀ ਚਾਦਰ ਨੇ, ਜਿਹਨੂੰ ਅਸੀਂ ਹਿਊਮਨ ਰਾਈਟ ਕਹਿੰਦੇ ਹਾਂ ਜੀ। ਸੋ ਇਹ ਵਾਲਾ ਸਵਾਲ ਮੈਂ ਥੋੜਾ ਐਡ ਕਰਨਾ ਸੀ ਜੀ। ਬਾਕੀ ਜਿਹੜਾ ਭੈਣ ਜੀ ਤੁਸੀਂ ਦੂਸਰਾ ਵੀਰ ਜੀ ਸਵਾਲ ਸ਼ੋ ਕਰ ਦਿਓ ਜੀ ਦੁਬਾਰਾ ਤੋਂ। ਵੀਰ ਜੀ ਆਪ ਜੀ ਦਾ ਮਾਈਕ ਮਿਊਟ ਹੋ ਗਿਆ। ਵੀਰ ਬਹਾਦਰ ਸਿੰਘ ਜੀ। ਵਾਹਿਗੁਰੂ। ਹਾਂਜੀ ਵੀਰ ਜੀ, ਸੰਖੇਪ ਦੇ ਵਿੱਚ ਤਾਂ ਕਿ ਆਪਾਂ ਸਮੇਂ ਤੇ ਸਮਾਪਤੀ ਕਰ ਸਕੀਏ ਜੀ। ਜੀ ਭੈਣ ਜੀ, ਇੱਕ ਪੰਕਤੀ ਹੈ ਭਗਤ ਨਾਮਦੇਵ ਜੀ ਦੀ। ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਰੰਜਨ ਨਾਲ। ਵੀ ਆਪਣੀ ਕਿਰਤ ਜਿਹੜੀ ਕਰਨੀ ਹੈ ਜੀ, ਕਿਸਮਤ ਦੇ ਵਿੱਚ ਭਰੋਸਾ ਸਿੱਖ ਨਹੀਂ ਰੱਖਦਾ, ਸਿੱਖ ਕਿਰਤ ਦੇ ਵਿੱਚ ਭਰੋਸਾ ਰੱਖਦਾ ਜੀ। ਜਦੋਂ ਅਸੀਂ ਗਿਆਨ ਨੂੰ ਸਮਝ ਕੇ ਆਪਣੀ ਕਿਰਤ ਕਰਦੇ ਹਾਂ, ਗਿਆਨ ਨੂੰ ਸਮਝ ਕੇ ਜਿਹੜੀ ਚੀਜ਼ ਮੈਂ ਕਰ ਸਕਦਾ ਜਾਂ ਜਿਹੜੀ ਚੀਜ਼ ਦੇ ਵਿੱਚ ਮੇਰੇ ਅੰਦਰ ਕੌਨਫੀਡੈਂਸ ਹੈ ਬੱਚੋ, ਵੀ ਜਿਹੜੀ ਚੀਜ਼ ਤੁਸੀਂ ਕਰ ਸਕਦੇ ਹੋ, ਜ਼ਰੂਰੀ ਨਹੀਂ ਵੀ ਅਸੀਂ ਇੱਕ ਦੂਜੇ ਦੀ ਰੀਸ ਕਰਨੀ ਹੈ, ਪਰ ਜੋ ਕਾਬਲੀਅਤ ਆ ਸਾਡੇ ਅੰਦਰ ਉਹ ਅਸੀਂ ਕਰਨਾ ਹੈ। ਵੀ ਜਿਹੜੇ ਸਾਡੇ ਹੱਥ ਪਾਉ ਨੇ ਉਹ ਕੰਮ ਵੱਲ ਰਹਿਣ ਤੇ ਸਾਡਾ ਚਿੱਤ ਹੈ ਪ੍ਰਮਾਤਮਾ ਨਾਲ ਜੁੜਿਆ ਰਹੇ। ਮਤਲਬ ਜੋ ਗੁਰ ਕਹੈ ਸੋਈ ਭਲ ਮਾਨੋ। ਭੈਣ ਜੀ ਪੰਕਤੀ ਗੁਰੂ ਸਾਹਿਬ ਦੀ ਬਾਣੀ ਦੀ, ਕੌਣ ਵੱਡਾ ਮਾਇਆ ਵਡਿਆਈ। ਅਸੀਂ ਅਮੀਰ ਉਹਨੂੰ ਕਹਿੰਦੇ ਹਾਂ ਜੀ ਜਿਹਦੇ ਕੋਲ ਪੈਸਾ ਜ਼ਿਆਦਾ ਹੋਵੇ, ਜ਼ਿਆਦਾ ਉਹਦੇ ਕੋਲ ਪ੍ਰੋਪਰਟੀ ਹੋਵੇ, ਪਰ ਗੁਰੂ ਸਾਹਿਬ ਕਹਿੰਦੇ ਵੀ ਵੱਡਾ ਮਾਇਆ ਵਾਲਾ ਨਹੀਂ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਨੇ ਬੁਲਾਈ। ਉਹ ਮਨੁੱਖ ਵੱਡਾ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਦਾ ਜੀ। ਬਹੁਤ ਧੰਨਵਾਦ ਵੀਰ ਜੀ। ਜੀ ਭੈਣ ਜੀ। ਸੋ ਪਿਆਰੇ ਬੱਚਿਓ, ਮੈਂ ਇਹਦੇ ਚ ਥੋੜਾ ਜਿਹਾ ਹੋਰ ਵੀਰ ਬਹਾਦਰ ਸਿੰਘ ਜੀ ਨੂੰ ਦੱਸਾਂ ਕਿ ਬਈ ਮੇਰੇ ਕੋਲ ਹਰ ਗੱਲ ਦਾ ਤਜਰਬਾ ਹੁੰਦਾ ਹੈ। ਮੈਂ ਬੱਚਿਆਂ ਨੂੰ ਬੜੀ ਵਾਰੀ ਆਪਣੇ ਲੈਕਚਰ ਦੱਸਿਆ ਹੋਇਆ, ਅਸੀਂ ਦੋ ਦੋਸਤ ਹੁੰਦੇ ਸੀਗੇ, 12ਵੀਂ ਤੱਕ ਮੇਰੇ ਨਾਲ ਪੜ੍ਹਿਆ ਸੀਗਾ ਦੋਸਤ, ਉਹ ਅੱਜ ਵੀ ਹੈਗਾ ਜੇ ਬੱਚਿਓ। ਤੇ ਉਹ ਬੱਚਾ ਵਿਚਾਰਾ ਕਿੱਥੇ ਰਹਿ ਗਿਆ ਤੇ ਮੈਂ ਕਿੱਥੇ ਪਹੁੰਚ ਗਿਆ। ਕੇਸ ਵੀ ਕਤਲ ਕੀਤੇ ਹੋਏ, ਸ਼ਰਾਬ ਹੀ ਪੀਂਦਾ ਉਹ ਬੱਚਿਓ, ਤੇ ਕਦੀ ਬਾਣੀ ਨਾਲ ਜੁੜਿਆ ਨਹੀਂ। ਤੇ ਬੇਟੇ ਇਹ ਬਿਲਕੁਲ ਸੱਚ ਹੈ, ਇਹ ਕਿਸਮਤ ਵੀ ਪਰਮਾਤਮਾ ਦੇ ਹੱਥ ਹੀ ਹੈਗੀ ਜੇ, ਕਿਸਮਤ ਸਾਡੇ ਹੱਥ ਨਹੀਂ ਹੈਗੀ ਹੈ। ਤੇ ਪਰਮਾਤਮਾ ਨੇ ਸਾਡੇ ਲਈ ਬੇਟੇ ਦੇਖੋ ਸਰਬੰਸ ਵਾਰੇ, 4 ਪੁੱਤਰ ਵਾਰਨੇ। ਤੁਸੀਂ ਆਪਣੇ ਦਿਮਾਗ 'ਚ ਸੋਚੋ ਬੇਟੇ, ਛੋਟੀ ਜੀ ਗੱਲ ਨਹੀਂ ਹੈ। ਤੁਸੀਂ ਸਾਰੀ ਕਿਸਮਤ ਆਪਣੇ ਹੱਥ 'ਚ ਹੈ ਸਾਡੀ, ਆਪਣੇ ਹੱਥੀ ਆਪਣਾ ਕਾਰਜ ਆਪ ਸਵਾਰੀਏ। ਮੈਂ ਉਸ ਵੀਰ ਦੀ ਕਦੀ ਥੋੜੀ ਮਦਦ ਵੀ ਕਰਦਾ ਅਜੇ ਤੱਕ ਬੱਚੇ ਦੀ,
ਨਵੀਂ ਦਿੱਲੀ ਸਟੇਸ਼ਨ ਦੇ ਸਾਹਮਣੇ ਮੇਰਾ ਘਰ ਹੁੰਦਾ ਸੀ। ਤੁਹਾਨੂੰ ਦੱਸਿਆ ਹੋਇਆ ਕਈ ਵਾਰੀ ਬੱਚਿਆਂ ਨੂੰ, ਮੈਂ ਗਰੀਬਾਂ ਦਾ ਘਰ ਸੀ, ਉੱਥੇ ਬਹੁਤ ਹੀ ਗਰੀਬੀ ਸੀ ਆਪਾਂ ਰਹੇ। ਤੇ ਉਹ ਬੱਚਾ ਅੱਜ ਵੀ ਉੱਥੇ ਹੈਗਾ ਜੇ, ਮੇਰਾ ਦੋਸਤ ਹੁੰਦਾ ਸੀ, ਪੱਕਾ ਦੋਸਤ, ਜਿਵੇਂ ਤੁਹਾਡੇ ਦੋਸਤ ਹੁੰਦੇ ਆ। ਉਹ ਕਿੱਥੇ ਰਹਿ ਗਿਆ ਤੇ ਬਾਬਾ ਜੀ ਮੈਨੂੰ ਕਿੱਥੇ ਲੈ ਗਏ। ਇਹ ਗੁਰਬਾਣੀ ਦੀ ਸ਼ਕਤੀ ਹੈ ਬੱਚਿਓ। ਮੈਂ ਇਸ ਕਰਕੇ 1 ਮਿੰਟ ਮੰਗ ਲਿਆ ਸੀ, ਤੇ ਗੁਰੂ ਮਿਹਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ, ਬਹੁਤ ਧੰਨਵਾਦ ਜੀ ਸਾਰਿਆਂ ਦਾ, ਜਿਨ੍ਹਾਂ ਨੇ ਸਵਾਲ ਪੁੱਛੇ ਤੇ ਜਿਨ੍ਹਾਂ ਨੇ ਸਵਾਲਾਂ ਦੇ ਜਵਾਬ ਦਿੱਤੇ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਜਿਨ੍ਹਾਂ ਨੇ ਸਵਾਲ ਪੁੱਛੇ ਹੋਣਗੇ ਜ਼ਰੂਰ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਤੇ ਬਾਕੀ ਵਿਦਿਆਰਥੀ ਵੀ ਜਿਨ੍ਹਾਂ ਨੇ ਸਵਾਲ, ਕਈ ਵਾਰੀ ਕਈ ਨਾ ਝਿਜਕਦੇ ਨਹੀਂ ਪੁੱਛ ਪਾਉਂਦੇ, ਤੇ ਹੋ ਸਕਦਾ ਉਹਨਾਂ ਦੇ ਮਨਾਂ ਵਿੱਚ ਵੀ ਇਹੀ ਸਵਾਲ ਹੋਣ। ਆਪਾਂ ਫਿਰ ਕਿਸੇ ਦਿਨ ਏਦਾਂ ਦਾ ਸੈਸ਼ਨ ਜ਼ਰੂਰ ਰੱਖਾਂਗੇ ਤਾਂ ਕਿ ਸਭ ਦੇ ਮਨ ਦੇ ਵਿੱਚ ਜੋ ਵੀ ਦੁਬਿਧਾਵਾਂ ਨੇ ਉਹਨਾਂ ਨੂੰ ਦੂਰ ਕਰਕੇ ਤੇ ਅਸੀਂ ਇੱਕ ਪਲੇਟਫਾਰਮ ਤੇ ਆ ਕੇ ਜੋ ਸਿੱਖੀ ਦਾ ਪ੍ਰਚਾਰ ਹੈ, ਸਿੱਖੀ ਦੀ ਸੇਵਾ ਕਰ ਸਕੀਏ ਔਰ ਆਪਣੇ ਜੀਵਨ ਦੇ ਵਿੱਚ ਗੁਣ ਲੈ ਕੇ ਆ ਸਕੀਏ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ। ਸੋ ਇੱਥੇ ਕੈਂਪ ਦੀ ਸਮਾਪਤੀ ਹੈ। ਕੱਲ ਨੂੰ ਫਿਰ ਸਾਰੇ 4 ਵਜੇ ਮਿਲਾਂਗੇ ਜੀ। ਸੋ ਸਾਰਿਆਂ ਨੂੰ ਬੇਨਤੀ ਆਪਣੀ ਅਟੈਂਡੈਂਸ ਲਗਾ ਕੇ ਫਿਰ ਲੀਵ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।